Very good afternoon, class. Topic for today's discussion is managing self-psychological level emotions. In the last class, we discussed about stress, and in today's class, we will discuss what are emotions, list of emotions, what are the importance of emotions, and techniques for managing emotions. That how we can manage our emotions. So, before starting with this topic, it is very important to know what are emotions. So, emotions are intense feelings which occur as people live their lives. Emotions are intense feelings that are directed at someone or something. Emotions cannot be permanent. The word comes from motion, that is movement. They move, hence they are emotions. ਹੁਣ ਜਿਹੜਾ word ਹੈ emotion, ਇਮੋਸ਼ਨ ਦਾ ਜੇ ਅਸੀਂ ਪੰਜਾਬੀ ਚ ਸੋਚੀਏ ਪੰਜਾਬੀ ਚ ਕੀ ਮਤਲਬ ਹੁੰਦਾ ਇਮੋਸ਼ਨਸ ਦਾ ਇਮੋਸ਼ਨ ਦਾ ਮਤਲਬ ਹੁੰਦਾ ਆ ਭਾਵਨਾਵਾਂ ਕਿ ਜੋ ਵੀ ਚੀਜ਼ ਅਸੀਂ ਫੀਲ ਕਰਦੇ ਆ ਉਹ ਚੀਜ਼ ਨੂੰ ਅਸੀਂ ਇਮੋਸ਼ਨ ਕਹਿ ਦਿੰਦੇ ਆ ਜਦ ਉਹ ਬਹੁਤ ਜ਼ਿਆਦਾ ਗੂੜੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਇੰਟੈਂਸ ਹੋ ਜਾਂਦੀ ਹੈ ਜਿਹਦੇ ਨਾਲ ਲੋਕੀ ਆਪਣੀ ਜ਼ਿੰਦਗੀ ਬਤੀਤ ਕਰਦੇ ਹੈ ਉਸ ਚੀਜ਼ ਨੂੰ ਅਸੀਂ ਇਮੋਸ਼ਨਸ ਕਹਿੰਦੇ ਆ ਇਮੋਸ਼ਨਸ ਜਿਹੜੇ ਹੈਗੇ ਆ ਉਹ ਟੈਂਪਰਰੀ ਹੁੰਦੇ ਆ ਕਿਉਂਕਿ ਇਮੋਸ਼ਨਸ ਜਿਹੜੇ ਹੈਗੇ ਆ ਉਹ ਚੇਂਜ ਹੁੰਦੇ ਰਹਿੰਦੇ ਆ ਦੇਖੋ ਮੋਸ਼ਨਸ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਚੀਜ਼ ਮੂਵ ਕਰਦੀ ਹੈ ਤੇ ਇਮੋਸ਼ਨਸ ਮਤਲਬ ਜਿਹੜੇ ਸਾਡੇ ਇਮੋਸ਼ਨਸ ਨੇ ਇੰਟੈਂਸ ਫੀਲਿੰਗਸ ਨੇ ਉਹ ਚੇਂਜ ਹੁੰਦੀਆਂ ਨੇ ਦੇ ਆਰ ਕੰਟੀਨਿਊਸਲੀ ਚੇਂਜਿੰਗ ਲਾਈਕ ਐਟ ਵਨ ਮੂਮੈਂਟ ਮੈਂ ਸੈਡ ਹਾਂ ਦੂਸਰੇ ਮੂਮੈਂਟ ਮੈਂ ਹੈਪੀ ਹੋ ਜਾਂਦੀ ਹਾਂ ਤੇ ਅਗਲੇ ਮੂਮੈਂਟ ਜੇ ਕੁਝ ਗਲਤ ਹੋ ਜਾਂਦਾ ਹੈ ਤੇ ਮੈਂ ਐਂਗਰੀ ਹੋ ਜਾਂਦੀ ਆ ਫਿਰ ਅਗਲੇ ਮੂਮੈਂਟ ਮੈਨੂੰ ਲੱਗਦਾ ਹੈ ਅੱਛਾ ਯਾਰ ਇਹ ਕੰਮ ਕਰਨਾ ਚਾਹੀਦਾ ਮੈਂ ਐਕਸਾਈਟਿਡ ਹੋ ਜਾਂਦੀ ਹਾਂ ਫਿਰ ਮੈਂ ਕੋਈ ਕਹਿ ਲਓ ਕਿ ਕੋਈ ਸ਼ੋਅ ਦੇਖ ਰਹੀ ਹਾਂ ਬਹੁਤ ਜ਼ਿਆਦਾ ਹੈਪੀ ਹੋ ਗਈ ਆਮ ਫੁੱਲ ਆਫ ਜੋਏ ਮਤਲਬ ਜਿਹੜੇ ਮੇਰੇ ਮੂਵਮੈਂਟਸ ਹੈ ਹਰ ਮੂਵਮੈਂਟ ਦੇ ਅਕੋਰਡਿੰਗ ਜਿਹੜੀ ਮੇਰੀ ਫੀਲਿੰਗ ਹੈ ਉਹ ਚੇਂਜ ਹੋ ਰਹੀ ਹੈ ਮੇਰੇ ਇਮੋਸ਼ਨਸ ਜਿਹੜੇ ਹੈਗੇ ਆ ਉਹ ਚੇਂਜ ਹੋ ਰਿਹਾ ਹੈ ਕਿ ਹਰ ਮੂਵਮੈਂਟ ਮੈਂ ਕੁਝ ਹੋਰ ਫੀਲ ਕਰ ਰਹੀ ਹਾਂ ਐਟ ਅਨਦਰ ਮੂਵਮੈਂਟ ਮੈਂ ਲਵਿੰਗ ਫੀਲ ਕਰ ਰਹੀ ਹਾਂ ਅਗਲੇ ਮੂਵਮੈਂਟ 'ਚ ਕੀ ਹੋ ਗਿਆ ਮੈਨੂੰ ਮੈਂ ਹੇਟਡ ਫੀਲ ਕਰ ਰਹੀ ਹਾਂ ਮਾਰਨਿੰਗ ਬਹੁਤ ਬਿਊਟੀਫੁਲ ਹੈ ਵਾਓ ਮਾਰਨਿੰਗ ਇਜ਼ ਵੈਰੀ ਬਿਊਟੀਫੁਲ ਆਈ ਵਾਸ ਫੀਲਿੰਗ ਦਿਸ ਠੀਕ ਹੈ ਈਵਨਿੰਗ ਇਜ਼ ਸੋ ਅਗਲੀ ਐਂਡ ਬੋਰਡ ਮਤਲਬ ਇਹ ਸਾਰੀਆਂ ਕੀ ਨੇ ਮੇਰੀ ਫੀਲਿੰਗਸ ਨੇ ਜੋ ਔਨਗੋਇੰਗ ਨੇ ਠੀਕ ਹੈ ਇਸੇ ਲਈ ਅਸੀਂ ਇਮੋਸ਼ਨਸ ਕਹਿ ਰਹੇ ਹਾਂ ਕਿ ਜਿਹੜੇ ਇਮੋਸ਼ਨਸ ਨੇ ਉਹ ਕੰਟੀਨਿਊਸਲੀ ਚੇਂਜਿੰਗ ਹੁੰਦੇ ਹੈ ਕੰਟੀਨਿਊਸਲੀ ਚੇਂਜ ਹੁੰਦੇ ਹੈ from one moment to another moment ਕਿ ਇੱਕ ਮੂਵਮੈਂਟ ਤੇ ਮੈਂ ਕੁਝ ਹੋਰ ਚੀਜ਼ ਫੀਲ ਕਰ ਰਹੀ ਹਾਂ ਠੀਕ ਹੈ ਦੂਸਰੇ ਮੂਵਮੈਂਟ ਤੇ ਮੈਂ ਕੁਝ ਹੋਰ ਫੀਲ ਕਰਦੀ ਹਾਂ ਦੈਟਸ ਵਾਈ ਮੈਂ ਇਹ ਕਹਿ ਰਹੀ ਹਾਂ ਕਿ ਜਿਹੜੇ ਇਮੋਸ਼ਨਸ ਨੇ ਉਹ ਪਰਮਨੈਂਟ ਨਹੀਂ ਹੁੰਦੇ ਠੀਕ ਹੈ ਜਿਸ ਵੀ ਇਨਵਾਇਰਮੈਂਟ 'ਚ ਅਸੀਂ ਰਹਿ ਰਹੇ ਹਾਂ ਉਸ ਇਨਵਾਇਰਮੈਂਟ 'ਚ ਅਸੀਂ ਜਿਸ ਤਰ੍ਹਾਂ ਵਿਚਰਦੇ ਹਾਂ ਉਹਦੇ ਹਿਸਾਬ ਨਾਲ ਸਾਡੀ ਜਿਹੜੀ ਫੀਲਿੰਗਸ ਨੇ ਉਹ ਚੇਂਜ ਹੁੰਦੀਆਂ ਨੇ ਤੇ ਉਹ ਫੀਲਿੰਗਸ ਦੇ ਨਾਲ ਹੀ ਸਾਡਾ ਜਿਹੜਾ ਭਾਵ ਹੈ ਉਹ ਚੇਂਜ ਹੁੰਦਾ ਹੈ ਸਾਡੇ ਜਿਹੜੇ ਇਮੋਸ਼ਨਸ ਨੇ ਉਹ ਚੇਂਜ ਹੁੰਦੇ ਨੇ ਇਮੋਸ਼ਨਸ ਜਿਹੜੇ ਹੈਗੇ ਹੈ ਇਮੋਸ਼ਨਸ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਅਫੈਕਟ ਕਰਦੇ ਹੈ ਪਲੱਸ ਉਹਦੇ ਸਟਰਕਚਰਸ ਨੂੰ ਵੀ ਇਫੈਕਟ ਕਰਦੇ ਹੈ ਕਿ ਜਿਹੜਾ ਲੀਡਰ ਹੁੰਦਾ ਹੈ ਨਾ ਲੀਡਰ ਲਈ ਬਹੁਤ ਇੰਪੋਰਟੈਂਟ ਹੈ ਜਿੱਦਾਂ ਕਿਸੇ ਵੀ ਆਰਗੇਨਾਈਜੇਸ਼ਨ ਹੈ ਉਸ ਆਰਗੇਨਾਈਜੇਸ਼ਨ 'ਚ ਲੈਟਸ ਸੇ 100 EMPLOYEES ਕੰਮ ਕਰ ਰਹੇ ਹੈਗੇ ਹੈ ਤੇ ਜੋ ਵੀ ਲੀਡਰ ਹੈ ਲੀਡਰ ਲਈ ਬਹੁਤ ਜ਼ਰੂਰੀ ਹੁੰਦਾ ਆ ਕਿ ਉਹ ਕੀ ਕਰੇ ਜਿਹੜੇ ਆਰਗੇਨਾਈਜੇਸ਼ਨ 'ਚ EMPLOYE ਕੰਮ ਕਰ ਰਹੇ ਆ ਨਾ ਉਹਨਾਂ ਨੂੰ ਮੋਟੀਵੇਟ ਕਰਕੇ ਰੱਖੇ ਠੀਕ ਹੈ ਤਾਂ ਕਿ ਉਹ ਵਧੀਆ ਪਰਫਾਰਮ ਕਰ ਸਕਣ ਦੂਸਰੇ ਪਾਸੇ ਜੋ ਵੀ ਅਸੀਂ ਪ੍ਰੋਡਕਟ ਬਣਾ ਰਹੇ ਹਾਂ ਉਹ ਪ੍ਰੋਡਕਟ ਅਸੀਂ ਕਿਹਨੂੰ ਸੇਲ ਕਰਨਾ ਆ ਕਸਟਮਰ ਨੂੰ ਸੇਲ ਕਰਨਾ ਆ ਤੇ ਜੇ ਅਸੀਂ ਆਪਣਾ ਕਸਟਮਰ ਨੂੰ ਪ੍ਰੋਡਕਟ ਸੇਲ ਕਰਨਾ ਚਾਹੁੰਦੇ ਆ ਆਪਣਾ ਪ੍ਰੋਡਕਟ ਤੇ ਸਾਨੂੰ ਕੀ ਕਰਨਾ ਪਊਗਾ ਕਿ ਜਿਹੜੇ ਕਸਟਮਰ ਦੇ ਇਮੋਸ਼ਨਸ ਨੇ ਉਹਨੂੰ ਵੀ ਧਿਆਨ 'ਚ ਰੱਖਣਾ ਪਊਗਾ ਠੀਕ ਹੈ ਤੇ ਬੈਟਰ ਪਰਫਾਰਮੈਂਸ ਲਈ ਅਸੀਂ ਕੀ ਕਰਦੇ ਆ ਜਿਹੜਾ ਲੀਡਰ ਹੈ ਉਹ ਕੀ ਕਰਦਾ ਹੈ ਜਿਹੜੇ EMPLOYE ਹੈ ਉਹਦੇ ਇਮੋਸ਼ਨਸ ਨੂੰ ਕੰਟਰੋਲ ਕਰਦਾ ਹੈ ਠੀਕ ਹੈ ਕਿਸ ਤਰ੍ਹਾਂ ਇਮੋਸ਼ਨਸ EMPLOYE ਦੇ ਕਹਿ ਲਓ ਕੰਟਰੋਲ ਹੋ ਰਹੇ ਹੈ ਬਾਏ sense of satisfaction ਕਿ ਉਹਨੂੰ ਇੱਕ sense of satisfaction ਆ ਰਹੀ ਹੈ ਉਹਨੂੰ on time ਸੈਲਰੀ ਮਿਲ ਰਹੀ ਹੈ ਠੀਕ ਹੈ on time ਉਹਨੂੰ ਕਹਿ ਲਓ ਕਿ ਜੋ ਵੀ ਸੈਲਰੀ ਇਨਕਰੀਮੈਂਟਸ ਹੈ ਔਨ ਟਾਈਮ ਸੈਲਰੀ ਇਨਕਰੀਮੈਂਟਸ ਮਿਲ ਰਹੇ ਹੈ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਆ ਇਹਦੇ ਨਾਲ ਜਿਹੜਾ EMPLOYE ਹੈ ਉਹ ਸੈਟਿਸਫਾਈਡ ਰਹੇਗਾ ਹੁਣ ਦੂਸਰੀ ਤਰਫ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕਸਟਮਰਸ ਨੇ ਉਹ ਕਸਟਮਰਸ ਕੀ ਕਰਨ
ਸਾਡੇ ਪ੍ਰੋਡਕਟ ਵੱਲ ਅਟਰੈਕਟ ਹੋਣ। ਠੀਕ ਹੈ, ਇਹਦੇ ਲਈ ਅਸੀਂ ਕੀ ਸਟ੍ਰੈਟਜੀ ਸੋਚਦੇ ਹਾਂ ਕਿ ਉਹਨਾਂ ਦੇ ਘਰ 'ਚ ਜੋ ਚੀਜ਼ ਰੈਗੂਲਰਲੀ ਯੂਜ਼ ਹੋ ਰਹੀ ਹੈ ਜਾਂ ਜਿੱਦਾਂ ਦੀ ਸਿਚੁਏਸ਼ਨਸ ਨੇ ਉਹਦੇ ਅਕੋਰਡਿੰਗ ਆਪਣੇ ਪ੍ਰੋਡਕਟ ਨੂੰ ਰਿਪਰੈਜ਼ੈਂਟ ਕੀਤਾ ਜਾਵੇ, ਜਾਂ ਫਿਰ ਲੋਕਾਂ ਦੇ ਜਿਹੜੇ ਫੇਵਰੇਟ ਸਟਾਰਸ ਨੇ, ਐਕਟਰ ਐਕਟਰੈਸ ਨੇ, ਸਪੋਰਟਸ ਪਰਸਨਸ ਨੇ, ਉਹਨਾਂ ਨੂੰ ਇਨਵੋਲਵ ਕੀਤਾ ਜਾਵੇ ਆਪਣੀ ਐਡਵਰਟਾਈਜ਼ਮੈਂਟ 'ਚ। ਠੀਕ ਹੈ, ਲੋਕੀ ਕੀ ਕਰਦੇ, ਇਹ ਜਿਹੜੇ ਕਹਿ ਲਓ ਕਿ ਸਟਾਰਸ ਹੁੰਦੇ ਨੇ, ਐਕਟਰ ਐਕਟਰੈਸ ਹੁੰਦੇ ਨੇ, ਉਹਨਾਂ ਨਾਲ ਲੋਕੀ ਆਪਣੀ ਫੀਲਿੰਗਸ ਨੂੰ ਅਟੈਚ ਕਰਦੇ ਆ ਕਿ ਅੱਛਾ ਮੇਰਾ ਜਿਹੜਾ ਫੇਵਰੇਟ ਸਟਾਰ ਹੈ ਜਾਂ ਜਿਹੜਾ ਇੰਡੀਆ ਦਾ ਸੁਪਰ ਸਟਾਰ ਹੈ ਉਹ ਇਹ ਪ੍ਰੋਡਕਟ ਯੂਜ਼ ਕਰ ਰਿਹਾ ਆ, ਸੋ ਆਈ ਸ਼ੁਡ ਆਲਸੋ ਯੂਜ਼ ਦਿਸ ਪ੍ਰੋਡਕਟ। ਕਿ ਜਿਹੜੇ ਸਾਡੇ ਇਮੋਸ਼ਨਸ ਹੁੰਦੇ ਆ ਨਾ, ਆਰ ਇਮੋਸ਼ਨਸ ਕੰਟਰੋਲ ਹਾਊ ਵੀ ਫੀਲ, ਹਾਊ ਵੀ ਬਿਹੇਵ, ਐਕਸ਼ਨ ਐਂਡ ਥਿੰਕਿੰਗ, ਐਂਡ ਇਮੋਸ਼ਨ ਅਫੈਕਟ ਆਰ ਬੋਡੀਜ਼। ਠੀਕ ਹੈ, ਕਿ ਜੋ ਵੀ ਅਸੀਂ ਫੀਲ ਕਰ ਰਹੇ ਹਾਂ ਉਹ ਫੀਲਿੰਗ ਕਿਹਦੇ ਨਾਲ ਆਉਂਦੀ ਹੈ, ਇਮੋਸ਼ਨਸ ਦੇ ਨਾਲ ਆਉਂਦੀ ਹੈ। ਤੇ ਜੇ ਅਸੀਂ ਵਧੀਆ ਸਟੇਟ ਆਫ ਮਾਈਂਡ 'ਚ ਹੈ ਤੇ ਸਾਡਾ ਬਿਹੇਵੀਅਰ ਵੀ ਉਹਦੇ ਤੇ ਡਿਪੈਂਡ ਕਰੇਗਾ ਕਿ ਅਸੀਂ ਗੁੱਡ ਬਿਹੇਵ ਕਰ ਰਹੇ ਹਾਂ ਜਾਂ ਫਿਰ ਅਸੀਂ ਬੈਡ ਬਿਹੇਵ ਕਰ ਰਹੇ ਹਾਂ। ਜੋ ਚੀਜ਼ਾਂ ਅਸੀਂ ਸੋਚਦੇ ਹਾਂ ਉਹ ਸਾਰੀਆਂ ਚੀਜ਼ਾਂ ਕਿਹਦੇ ਤੇ ਡਿਪੈਂਡ ਕਰਦੀਆਂ ਨੇ, ਸਾਡੇ ਇਮੋਸ਼ਨਸ ਤੇ ਡਿਪੈਂਡ ਕਰਦੀਆਂ ਨੇ ਕਿ ਕਰੰਟਲੀ ਸਾਡਾ ਸਟੇਟ ਆਫ ਮਾਈਂਡ ਕਿਸ ਤਰ੍ਹਾਂ ਦਾ ਹੈਗਾ ਹੈ। ਠੀਕ ਹੈ, ਜੇ ਮੈਨੂੰ ਕੋਈ ਚੀਜ਼ ਪਰੇਸ਼ਾਨ ਕਰ ਰਹੀ ਹੈ ਤੇ ਇਨ ਦੈਟ ਕੰਡੀਸ਼ਨ ਮੈਂ ਹੈਪੀ ਨਹੀਂ ਹੋ ਸਕਦੀ, ਮੈਂ ਕੀ ਹੋਊਂਗੀ ਉਸ ਕੰਡੀਸ਼ਨ 'ਚ, ਸੈਡ ਹੋਊਂਗੀ, ਜਾਂ ਫਿਰ ਆਈ ਮੇ ਬੀ ਐਂਗਰੀ ਔਨ ਸਮਵਨ, ਕਿਸੇ ਚੀਜ਼ ਤੇ ਜਾਂ ਕਿਸੇ ਪਰਸਨ ਤੇ ਮੈਂ ਗੁੱਸੇ ਹੋਊਂਗੀ। The most important aspect of our mental health is to learn how to handle emotions। ਠੀਕ ਹੈ, ਹੁਣ ਦੇਖੋ ਜਿਹੜਾ ਇਮੋਸ਼ਨ ਹੈ, ਇਮੋਸ਼ਨ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇਮੋਸ਼ਨ ਕੰਟਰੋਲ ਕਰ ਰਿਹਾ ਹੈ ਕਿ ਅਸੀਂ ਕਿਸ ਤਰ੍ਹਾਂ ਫੀਲ ਕਰਨਾ ਹੈ, ਬਿਹੇਵ ਕਰਨਾ ਆ, ਅਸੀਂ ਕਿਸ ਤਰ੍ਹਾਂ ਕੰਮ ਕਰਨਾ ਆ, ਸੋਚਣਾ ਕਿਸ ਤਰ੍ਹਾਂ ਆ, ਸਾਡੀ ਬੋਡੀ ਨੂੰ ਪੂਰਾ ਕਹਿ ਲਓ ਅਫੈਕਟ ਕਰ ਰਿਹਾ ਹੈ ਕਿ ਅਸੀਂ ਹੈਪੀ ਰਹਿਣਾ ਹੈ, ਸੈਡ ਰਹਿਣਾ, ਐਕਸਾਈਟਿਡ ਹੈ, ਜੋਇਫੁਲ ਹੈ, ਹੈਪੀਨੈਸ ਹੈ। ਤੇ ਇਸੇ ਲਈ ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੈ ਕਿ ਜੇ ਅਸੀਂ ਆਪਣੀ ਮੈਂਟਲ ਹੈਲਥ ਵੱਲ ਧਿਆਨ ਦੇਣਾ ਚਾਹੁੰਦੇ ਹਾਂ ਤੇ ਅਸੀਂ ਆਪਣੇ ਇਮੋਸ਼ਨਸ ਨੂੰ ਹੈਂਡਲ ਕਰਨਾ ਸਿੱਖੀਏ। ਠੀਕ ਹੈ, ਇਹਦੇ ਲਈ ਕੀ ਹੋਣਾ ਚਾਹੀਦਾ, ਅਸੀਂ ਆਪਣੀ ਇਮੋਸ਼ਨਲ ਇੰਟੈਲੀਜੈਂਸ ਤੇ ਕੰਮ ਕਰੀਏ ਤਾਂ ਕਿ ਜੋ ਸਾਡਾ ਇਮੋਸ਼ਨਲ ਸਟੇਟ ਹੈ ਉਹ ਇਮੋਸ਼ਨਲ ਸਟੇਟ ਸਾਡੀ ਸਟੇਬਲ ਰਹੇ। ਤੇ ਜੇ ਸਾਡੀ ਇਮੋਸ਼ਨਲ ਸਟੇਟ ਸਟੇਬਲ ਰਹਿ ਰਹੀ ਹੈ ਤੇ ਅਸੀਂ ਵਧੀਆ ਡਿਸੀਜਨ ਲੈ ਸਕੀਏ। ਠੀਕ ਹੈ, ਕਿਉਂਕਿ ਇਮੋਸ਼ਨਸ ਕੀ ਹੁੰਦੇ ਆ, ਜਿਹੜੇ ਇਮੋਸ਼ਨਸ ਹੁੰਦੇ ਆ ਜੇ ਉਹ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਕੰਟਰੋਲ ਕਰਨ ਲੱਗ ਗਏ ਤੇ ਸਾਡੀ ਜਿਹੜੀ ਬੋਡੀ ਹੈ ਉਹ ਸਟੇਬਲ ਨਹੀਂ ਹੁੰਦੀ ਤੇ ਅਸੀਂ ਵਧੀਆ ਤਰੀਕੇ ਨਾਲ ਡਿਸੀਜਨਸ ਨਹੀਂ ਲੈ ਪਾਵਾਂਗੇ। ਠੀਕ ਹੈ, ਇਸ ਲਈ ਇਮੋਸ਼ਨਲ ਇੰਟੈਲੀਜੈਂਸ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀ ਮੈਂਟਲ ਹੈਲਥ ਨੂੰ ਕੰਟਰੋਲ ਕਰ ਸਕੀਏ, ਆਪਣੇ ਇਮੋਸ਼ਨਸ ਨੂੰ ਹੈਂਡਲ ਕਰਨ ਲਈ, ਤੇ ਜੋ ਵੀ ਸਾਡੇ ਡਿਸੀਜਨਸ ਨੇ ਅਸੀਂ ਬੈਟਰ ਡਿਸੀਜਨਸ ਲੈ ਸਕੀਏ। ਇਸੇ ਲਈ ਜਿਹੜੇ ਇਮੋਸ਼ਨਸ ਹੁੰਦੇ ਹੈ ਉਹ ਕਿਸੇ ਵੀ ਕਹਿ ਲਓ ਕਿ ਪਰਸਨ ਦੇ ਬਿਹੇਵੀਅਰ ਨੂੰ ਸ਼ੇਪ ਕਰਦੇ ਆ, ਕਿਸੇ ਆਰਗੇਨਾਈਜੇਸ਼ਨ ਦੇ ਸਟਰਕਚਰ ਨੂੰ ਸ਼ੇਪ ਕਰਦੇ ਹੈਗੇ ਆ। ਜੋ ਵੀ ਇੰਸਪੀਰੇਸ਼ਨਲ ਲੀਡਰਸ ਨੇ ਉਹ ਕੀ ਕਰਦੇ ਆ, ਜਿਹੜੇ ਇੰਪਲੋਇਜ਼ ਨੇ ਜਾਂ ਫਿਰ ਜਿਹੜੇ ਕਸਟਮਰਸ ਨੇ ਉਹਨਾਂ ਦੇ ਇਮੋਸ਼ਨਸ ਤੇ ਫੋਕਸ ਕਰਦੇ ਆ ਤਾਂ ਕਿ ਜਿਹੜੀ ਪ੍ਰੋਡਕਟਿਵਿਟੀ ਹੈ ਵਿਦਨ ਦਾ ਆਰਗੇਨਾਈਜੇਸ਼ਨ ਉਹ ਇਨਕਰੀਜ਼ ਹੋ ਸਕੇ, ਗੁੱਡ ਰਿਜ਼ਲਟ ਮਿਲ ਸਕਣ। ਤੇ ਇਨ ਕੇਸ ਆਫ ਅ ਪ੍ਰੋਡਕਟ ਜੇ ਕਸਟਮਰ ਦੇ ਇਮੋਸ਼ਨਸ ਨਾਲ ਅਸੀਂ ਖੇਡਣਾ ਚਾਹੁੰਦੇ ਹਾਂ ਤੇ ਅਸੀਂ ਕਸਟਮਰ ਦੇ ਇਮੋਸ਼ਨਸ ਤੇ ਫੋਕਸ ਕਰੀਏ, ਐਂਡ ਬਾय ਫੋਕਸਿੰਗ ਔਨ ਕਸਟਮਰ ਇਮੋਸ਼ਨਸ ਅਸੀਂ ਕੀ ਕਰ ਸਕਦੇ ਹਾਂ, ਆਪਣੀ ਪ੍ਰੋਡਕਟ ਦੀ ਸੇਲ ਨੂੰ ਇਨਕਰੀਜ਼ ਕਰ ਸਕਦੇ ਹਾਂ। ਜਿਹੜੇ ਇਮੋਸ਼ਨਸ ਨੇ ਉਹ ਕੰਟਰੋਲ ਕਰ ਰਿਹਾ ਸਾਡੀ ਫੀਲਿੰਗਸ ਨੂੰ, ਬਿਹੇਵੀਅਰ ਨੂੰ, ਅਸੀਂ ਕਿਸ ਤਰ੍ਹਾਂ ਦੇ ਐਕਸ਼ਨਸ ਕਰ ਰਹੇ ਹਾਂ, ਸਾਡੀ ਸੋਚ ਕੀ ਹੈ, ਐਂਡ ਇਟ ਆਲਸੋ ਅਫੈਕਟ ਆਰ ਬੋਡੀ। ਠੀਕ ਹੈ, ਕਿ ਜੇ ਮੈਂ ਕਹਿ ਲਓ ਕਿ ਫਰਸਟ੍ਰੇਟਡ ਹਾਂ ਤੇ ਕਹਿ ਲਓ ਕਿ ਮੇਰੀ ਬੋਡੀ ਤੇ ਵੀ ਕੁਛ ਨਾ ਕੁਛ ਅਫੈਕਟ ਪਏਗਾ। ਜੇ ਮੈਂ ਸੈਡ ਹਾਂ ਇਟ ਮੇ ਹੈਪਨ ਕਿ ਮੈਨੂੰ ਹੈਡੇਕ ਹੋਏਗੀ। ਠੀਕ ਹੈ, ਜੇ ਮੈਂ ਖੁਸ਼ ਹਾਂ ਤੇ ਖੁਸ਼ ਹੋਣ ਦੇ ਨਾਲ ਕੀ ਹੋਏਗਾ, ਪ੍ਰੋਪਰ ਬਲੱਡ ਸਰਕੂਲੇਸ਼ਨ ਹੋਏਗੀ। ਠੀਕ ਹੈ, ਤੇ ਜਦ ਪ੍ਰੋਪਰ ਬਲੱਡ ਸਰਕੂਲੇਸ਼ਨ ਹੋ ਰਹੀ ਹੈ ਤੇ ਮੇਰੀ ਬੋਡੀ ਵਧੀਆ ਤਰੀਕੇ ਨਾਲ ਕਹਿ ਲਓ ਕਿ ਬਿਹੇਵ ਕਰੇਗੀ, ਕਿਉਂਕਿ ਬਲੱਡ ਸਪਲਾਈ ਪੂਰੀ ਬੋਡੀ 'ਚ ਵਧੀਆ ਹੋ ਰਹੀ ਹੈ। ਜਿਹੜੇ ਵੀ ਬੋਡੀ ਪਾਰਟਸ ਨੇ ਮੇਰੀ ਬੋਡੀ ਦੇ ਉਹ ਹੈਲਦੀ ਰਹਿਣਗੇ, ਉਹਨਾਂ 'ਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਹੁਣ ਜਿਹੜੇ ਇਮੋਸ਼ਨਸ ਹੁੰਦੇ ਆ, ਇਮੋਸ਼ਨ 'ਚ 3 ਕੰਪੋਨੈਂਟਸ ਬਹੁਤ ਇੰਪੋਰਟੈਂਟ ਹੁੰਦੇ ਆ, ਸੋਰਸ, ਰਿਸਪੌਂਸ ਐਂਡ ਐਕਸਪ੍ਰੈਸ਼ਨ। ਸੋਰਸ ਕੀ ਹੈ, ਇਮੋਸ਼ਨ ਕਮ ਫਰੋਮ ਵਿਦਨ ਰੈਦਰ ਦੈਨ ਫਰੋਮ ਆਬਜ਼ਰਵੇਸ਼ਨ। ਠੀਕ ਹੈ, ਜਿਹੜੇ ਇਮੋਸ਼ਨ ਹੈ ਉਹ ਇਮੋਸ਼ਨਸ ਕਿੱਥੋਂ ਆ ਰਹੇ ਹੈ, ਉਹ ਸਾਡੇ ਅੰਦਰ ਪ੍ਰੈਜ਼ੈਂਟ ਹੈ। ਠੀਕ ਹੈ, ਕਿ ਸਾਡੀ ਬੋਡੀ ਦੇ ਅੰਦਰ ਜੋ ਚੀਜ਼ਾਂ ਨੇ ਉੱਥੋਂ ਸਾਡੇ ਕੋਲ ਕੀ ਆ ਰਿਹਾ ਹੈ, ਇਮੋਸ਼ਨਸ ਆ ਰਹੇ। ਠੀਕ ਹੈ, ਇਮੋਸ਼ਨਸ ਬੇਸਿਕਲੀ ਕੀ ਹੈ, ਇੰਟਰਪ੍ਰੀਟੇਸ਼ਨ, ਕਿਸੇ ਇਵੈਂਟ ਦੀ ਇੰਟਰਪ੍ਰੀਟੇਸ਼ਨ ਹੈ। ਤੇ ਜਦ ਅਸੀਂ ਆਪਣੇ ਇਵੈਂਟ ਨੂੰ ਆਪਣੀ ਸੋਚ ਦੇ ਅਕੋਰਡਿੰਗ ਇੰਟਰਪ੍ਰੇਟ ਕਰਦੇ ਹਾਂ ਤੇ ਉੱਥੋਂ ਕੀ ਆਉਂਦਾ ਹੈ, ਬੇਸਿਕਲੀ ਇਮੋਸ਼ਨ ਆਉਂਦਾ ਹੈ।
ठीक है। फिर जब इमोशन जनरेट होंदा आ, इमोशन तो बाद आंदा है रिस्पॉन्स, कि जो भी इमोशन मेरी बॉडी च है उथों की रिस्पॉन्स जनरेट होएगा, फीलिंग जनरेट होएगी। लेट्स से फियर दी फीलिंग जनरेट हो सकती है, ठीक है, हैप्पीनेस दी फीलिंग जनरेट हो सकती है, जॉय दी फीलिंग जनरेट हो सकती है, कॉन्फिडेंस दी फीलिंग जनरेट हो सकती है, डिप्रैशन दी फीलिंग जनरेट हो सकती है ना, होप दी फीलिंग जनरेट हो सकती है। मतलब जो भी मैं अपनी बॉडी के अंदर फील कर रही हाँ विद रिस्पॉन्स टू दैट थिंग की जनरेट होंदा है, फीलिंग जनरेट होंदी है, साडी बॉडी रिस्पॉन्ड करती है टू द इमोशन विद फीलिंग्स, ठीक है। उस तो बाद जो भी फीलिंग्स ने वो की होंदियां ने, एक्सप्रैस होंदियां ने, लाइक इन द फॉर्म ऑफ जॉय, मैं खुश होनी हाँ, हसदी हाँ, या फिर मैं रो रही हाँ, क्राई कर रही हाँ, या फिर मैं एंगर च गुस्सा कर रही हाँ मैं किसी ते, ठीक है। ये सारी चीज़ां की ने, ये सारियां चीज़ां एक्सप्रैशन ऑफ इमोशन ने, ठीक है, कि जो चीज़ असी फील कर रहे हाँ इन द फॉर्म ऑफ फीलिंग असी उन्होंने की करते हैं, इन द फॉर्म ऑफ फीलिंग असी एक्सप्रैस करते हैं, ठीक है, कि असी इमोशंस फील कर रहे हैं, फ्रस्ट्रेटेड आ, एनजाइटी चा, गुस्से च, एंगर च, ते जो भी फीलिंग होंदी है वो इमोशन के थ्रू साडे च कह लो एक्सप्रैस होंदी है थ्रू आर फीलिंग, ठीक है। जो भी असी एक्शन लेना आ, जो भी असी एक्सप्रैस कर रहे हैं, जो साडा बिहेवियर है वो डिपेंड करता है कि साडी बिलीव्स की ने, साडी फीलिंग्स की ने, ठीक है। ते जब इट मे हैपन कि जब मैं एक्सप्रैशन की गल कर रही हाँ कि इमोशन एक्सप्रैस्ड हुंदा आ, ते इहदे च की हो सकता है, टेंशन भी हो सकती है, ठीक है, स्टमक एक भी हो सकता है, या फिर मैं क्राई करना शुरू कर दा, या फिर मैं जोर जोर दी हंसना शुरू कर दा कि मैं बहुत खुश हाँ, तो मैं जोर जोर दी हंस रही हाँ, ठीक है। वॉट दीज थिंग्स आर एक्सप्रैसिंग द इमोशन, कि असी अपने इमोशंस नू की कर रहे हाँ, एक्सप्रैस कर रहे हैं, ठीक है। कदे कदे कुछ लोग जिहड़े हुंदे है वो अपने इमोशंस नू एक्सप्रैस नहीं करते, ठीक है। सो दैट इज एक्चुअली अ बैड थिंग। सानू की करना चाहिए है, जो भी असी फील करते हैं, जो भी साडे इमोशंस ने उन्हां नू एक्सप्रैस करना चाहिए है, उन्हां नू सरप्रेस करके नहीं रखना चाहिए, मतलब उन्होंने अपने अंदर दबा के नहीं रखना चाहिए। ਉਹਦੇ ਨਾਲ ਕੀ ਹੁੰਦਾ ਆ, ਸਾਡੀ ਬੋਡੀ ਤੇ ਜੇ ਅਸੀਂ ਆਪਣੇ ਐਕਸਪ੍ਰੈਸ਼ਨਸ ਸ਼ੋ ਨਹੀਂ ਕਰ ਰਹੇ, ਆਪਣੇ ਇਮੋਸ਼ਨਸ ਐਕਸਪ੍ਰੈਸ ਨਹੀਂ ਕਰ ਰਹੇ, ਤੇ ਉਹਦੇ ਨਾਲ ਕੀ ਹੁੰਦਾ, ਸਾਡੀ ਬੋਡੀ ਤੇ ਬੈਡ ਇਫੈਕਟ ਪੈਂਦਾ ਹੈ, ਠੀਕ ਹੈ। ਇਸੇ ਲਈ whatever are your emotions and whatever feeling you are getting through those emotions, ਤੁਹਾਨੂੰ ਉਹਨਾਂ ਨੂੰ ਕੀ ਕਰਨਾ ਚਾਹੀਦਾ, ਐਕਸਪ੍ਰੈਸ ਕਰਨਾ ਚਾਹੀਦਾ ਆ, ਤਾਂ ਕਿ ਤੁਹਾਡੀ ਬੋਡੀ ਹੈਲਦੀ ਰਹੇ, ਠੀਕ ਹੈ। ਜੇ ਅਸੀਂ ਆਪਣੇ ਇਮੋਸ਼ਨਸ ਨੂੰ ਐਕਸਪ੍ਰੈਸ ਨਹੀਂ ਕਰਦੇ ਤੇ ਸਾਡੀ ਬੋਡੀ ਜਿਹੜੀ ਹੈਗੀ ਹੈ ਉਹ ਹੈਲਦੀ ਨਹੀਂ ਰਹਿੰਦੀ। ਨੈਕਸਟ ਵੀ ਹੈਵ ਡਿਫਰੈਂਟ ਟਾਈਪਸ ਆਫ ਇਮੋਸ਼ਨਸ, ਠੀਕ ਹੈ। ਹੁਣ ਦੇਖੋ, ਕਦੇ ਮੈਂ ਜਿਹੜੀ ਫਰਸਟ ਇਮੇਜ ਤੁਹਾਨੂੰ ਸ਼ੋ ਕੀਤੀ ਹੈ, ਹੁਣ ਇਮੋਸ਼ਨਸ ਦੇਖੋ ਕੀ ਹੈ, ਕਿ ਕਦੇ ਕੋਈ एंगर च है, कोई एक्साइटेड है, कोई सैड है ना, कोई लव फील कर रहा है, कोई हैप्पी है। सो दीज आर डिफरेंट इमोशंस, ठीक है। सो वी हैव डिफरेंट टाइप्स ऑफ इमोशंस। साडे कोल बहुत लंबी चौड़ी लिस्ट है इमोशंस दी। फियर, ठीक है, डर जाते हैं असी, डेंजर है ना, कि सानू डर लगता है किसी स्पेसिफिक चीज़ तो, ठीक है, कि कोई सिचुएशन इस तरह की आती है जिहदे च असीं डर जाते हैं, ठीक है। तो फियर बेसिकली की हुंदा, जब नैगेटिव स्टिमुलस जनरेट होंदा आ, ते नैगेटिव स्टिमुलस करके जो डर साडे दिमाग च पैदा होंदा है उहनूं असीं कहने आ फियर। एंगर, डिसप्लेजर, मतलब गुस्से च आ मैं, कि जिहड़े मेरा एक्सटर्नल एक्सप्रैशन है, फेशियल एक्सप्रैशन है, वो चेंज हो गया एकदम, मैं गुस्से च लाल हो गई हाँ, बॉडी लैंग्वेज मेरी चेंज हो गई है, लोकां नाल मैं गुस्से च रौला पा के गल कर रही हाँ, ठीक है, चीख के गल कर रही हाँ। वॉट इज दिस इज एंगर, गुस्सा आना। गिल्ट, कदी कदी की हुंदा आ कि मैं कोई कम गलत करता या किसी नाल मैं कुछ बुरा करता, ठीक है, तो मेरे दिल च हुंदा है कि यार मैं इहदे नाल इदां क्यों कीता है, दैट इज गिल्ट। फीलिंग ऑफ कल्पेबिलिटी, ठीक है, कि जब मैं कोई ऑफेंस कीता या फिर मैनू इदां लगदा है कि मैं लोकां नाल सही तरीके नाल गल नहीं कीती, जस्टिफाई नहीं कर पा रही मैं किसी चीज़ नू, ठीक है, मैं अपने जिहड़े मेरे मॉरल स्टैंडर्ड्स ने उन्हां नू मैं वायलेट करता आ, ते फिर एक जिहड़ी फीलिंग जनरेट होंदी है गिल्ट दी कि मैं ये काम गलत कीता है। डिप्रैशन, उदासी, ठीक है, कि लैक ऑफ एक्टिविटी करके या कुछ नेगेटिव एक्टिविटी करके मैं डिप्रैशन च चली जानी हाँ, कि मैं ये काम क्यों नहीं कीता, या फिर ये काम मैं इस तरह क्यों नहीं कीता, ते जिहड़ी उदासी हुंदी है दैट इज डिप्रैशन। प्राइड, प्राइड
ਬੇਸਿਕਲੀ ਕੀ ਹੈ ਪ੍ਰਾਈਡ, ਇੱਕ ਕਹਿ ਲਓ ਪੋਜ਼ਿਟਿਵ ਇਵੈਲੂਏਸ਼ਨ ਜਦ ਅਸੀਂ ਆਪਣੀ ਕਰਦੇ ਹਾਂ, ਅਸੀਂ ਆਪਣੇ ਆਪ ਤੇ ਬਹੁਤ ਜ਼ਿਆਦਾ ਮਾਣ ਕਰਨ ਲੱਗ ਜਾਂਦੇ ਆ ਕਿ ਮੈਂ ਤਾਂ ਇਹ ਕੰਮ ਕਰਦੀ ਹਾਂ, ਮੈਂ ਲੋਕਾਂ ਤੋਂ ਬਹੁਤ ਬੈਟਰ ਆ। So what that feeling is? That feeling is pride. That emotion is pride. कि अपनी positive evaluation ਅਸੀਂ ਇੰਨੀ ਜ਼ਿਆਦਾ exaggerate ਕਰ ਦਿੰਦੇ ਆ, ਆਪਣੇ ਆਪ ਨੂੰ ਇੰਨਾ ਜ਼ਿਆਦਾ exaggerate ਕਰ ਦਿੰਦੇ ਆ ਕਿ ਮੈਂ ਤਾਂ ਬਹੁਤ ਵਧੀਆ ਆ, ਮੇਰੇ ਸਾਹਮਣੇ ਤਾਂ ਕੋਈ ਕੁਝ ਹੈ ਹੀ ਨਹੀਂ। ਜੇ ਮੈਂ ਸੋਚਾਂ ਕਿ ਮੈਂ ਤਾਂ ਬਹੁਤ ਵਧੀਆ ਟੀਚਰ ਹਾਂ, ਬਾਕੀ ਟੀਚਰ ਤਾਂ ਪੜ੍ਹਾਉਂਦੇ ਹੀ ਨਹੀਂ ਹੈਗੇ, ਉਹ ਤਾਂ ਮੇਰੇ ਸਾਹਮਣੇ ਕੁਝ ਨਹੀਂ ਹੈਗੇ। ਸੋ what this is ਕਿ ਮੈਂ ਆਪਣੇ ਆਪ ਤੇ ਮਾਣ ਕਰ ਰਹੀ ਹਾਂ, ਬਹੁਤ ਜ਼ਿਆਦਾ ਮੈਂ ਆਪਣੇ ਆਪ ਨੂੰ exaggerate ਕਰ ਰਹੀ ਹਾਂ positive evaluation ਵੱਲ ਨੂੰ। That is pride. ਜੈਲਸੀ, ਕਿ ਜਦ ਅਸੀਂ ਕਿਸੇ ਤੋਂ ਜੈਲਸ ਫੀਲ ਕਰਦੇ ਆ, ਕਿ ਜੈਲਸ ਵਾਲੇ ਥਾਟਸ ਆਉਂਦੇ ਹੈ, ਫੀਲਿੰਗਸ ਆਉਂਦੀਆਂ, ਬਿਹੇਵੀਅਰ ਸਾਡਾ ਉਸ ਤਰ੍ਹਾਂ ਦਾ ਹੋ ਜਾਂਦਾ ਆ ਕਿ ਜਿਹਦੇ ਕਰਕੇ ਸਾਡੇ ਰਿਲੇਸ਼ਨਸ ਵੀ ਖਰਾਬ ਹੋ ਜਾਂਦੇ ਹੈ, ਹਨਾ, ਕਿ ਅਸੀਂ ਲੋਕਾਂ ਤੋਂ ਜੈਲਸ ਫੀਲ ਕਰ ਰਹੇ ਹਾਂ, ਹਨਾ, ਜਲਦੇ ਹਾਂ ਅਸੀਂ, ਯਾਰ ਉਹਦੇ ਕੋਲ ਇਹ ਚੀਜ਼ ਕਿਉਂ ਹੈ, ਮੇਰੇ ਕੋਲ ਨਹੀਂ ਹੈਗੀ, ਇਹ ਚੀਜ਼ ਤਾਂ ਮੇਰੇ ਕੋਲ ਹੋਣੀ ਚਾਹੀਦੀ ਸੀਗੀ। ਠੀਕ ਹੈ, ਤੇ ਇਹਦੇ ਕਰਕੇ ਕੀ ਹੁੰਦਾ, ਬਿਕੋਜ਼ ਆਫ ਜੈਲਸੀ ਜਿਹੜੇ ਰਿਲੇਸ਼ਨਸ ਨੇ ਉਹ ਵੀ ਕਦੇ ਕਦੇ ਖਰਾਬ ਹੋ ਜਾਂਦੇ ਹੈ, ਕਿਉਂਕਿ ਅਸੀਂ ਲੋਕਾਂ ਤੋਂ ਕੀ ਕਰਦੇ ਹਾਂ, ਜੈਲਸ ਫੀਲ ਕਰਦੇ ਹਾਂ। ਸੈਲਫ ਪਿਟੀ, ਕਿ ਆਪਣੇ ਆਪ ਨੂੰ ਜ਼ਿਆਦਾ ਸਮਝਣਾ, ਕਿ ਆਪਣੇ ਆਪ ਨੂੰ ਕਹਿ ਲਓ ਕਿ ਅਸੀਂ ਸਮਝ ਰਹੇ ਹਾਂ ਕਿ ਮੇਰੀ ਜ਼ਿੰਦਗੀ 'ਚ ਤਾਂ ਸਿਰਫ ਦੁੱਖ ਹੀ ਦੁੱਖ ਹੈ, ਸਾਰੇ ਜਿਹੜੇ ਕਹਿ ਲਓ ਬੁਰੇ ਕੰਮ ਹੁੰਦੇ ਆ ਉਹ ਮੇਰੀ ਜ਼ਿੰਦਗੀ 'ਚ ਹੁੰਦੇ ਆ, ਲੋਕਾਂ ਦੀ ਜ਼ਿੰਦਗੀ ਤਾਂ ਬਹੁਤ ਵਧੀਆ ਆ। ਆਪਣੇ ਆਪ 'ਚ ਕੌਨਫੀਡੈਂਸ ਨਾ ਹੋਣਾ, ਠੀਕ ਹੈ, ਕਿ ਕੋਈ ਸਿਚੁਏਸ਼ਨ ਹੈ ਜਿਹਦੇ 'ਚ ਮੇਰੇ 'ਚ ਕੌਨਫੀਡੈਂਸ ਹੀ ਨਹੀਂ ਹੈ, ਮੈਂ ਉਸ ਸਿਚੁਏਸ਼ਨ ਨਾਲ ਕੋਪ ਅਪ ਹੀ ਨਹੀਂ ਕਰ ਸਕਦੀ ਹੈਗੀ। ਠੀਕ ਹੈ, ਕਿ ਆਪਣੇ ਆਪ ਨੂੰ ਹਮੇਸ਼ਾ ਬੁਰਾ ਭਲਾ ਕਹਿੰਦੇ ਰਹਿਣਾ ਕਿ ਮੇਰੇ ਨਾਲ ਇੱਦਾਂ ਹੁੰਦਾ ਹੈ, ਕਿ ਮੇਰੇ ਨੰਬਰ ਘੱਟ ਆਉਂਦੇ ਹੈ, ਪਤਾ ਨਹੀਂ ਮੇਰੇ ਮਾਰਕਸ ਹੀ ਨਹੀਂ ਆਉਂਦੇ ਹੈਗੇ, ਮੇਰੀ ਅਸਾਈਨਮੈਂਟ ਹਮੇਸ਼ਾ ਗਲਤ ਬਣ ਜਾਂਦੀ ਹੈ, ਮੇਰੇ ਕੁਐਸਚਨ ਸਹੀ ਨਹੀਂ ਹੁੰਦੇ, ਮਤਲਬ ਇਸ ਤਰ੍ਹਾਂ ਦੀ ਜਿਹੜੀ ਫੀਲਿੰਗ ਹੁੰਦੀ ਹੈ, ਇਸ ਫੀਲਿੰਗ ਨੂੰ ਅਸੀਂ ਕਹਿੰਦੇ ਆ ਸੈਲਫ ਪਿਟੀ। ਐਂਜ਼ਾਈਟੀ ਕੀ ਹੁੰਦੀ ਹੈ? ਐਂਜ਼ਾਈਟੀ ਹੁੰਦੀ ਹੈ ਚਿੰਤਾ, ਕਿ ਜਦ ਅਸੀਂ ਕੀ ਕਰ ਰਹੇ ਹਾਂ, ਚਿੰਤਾ, ਬਹੁਤ ਜ਼ਿਆਦਾ ਚਿੰਤਾ ਕਰ ਰਹੇ ਹਾਂ, ਕਿ ਓਵਰਵੈਲਿੰਗ ਸੈਂਸ ਆਫ ਕੰਪਰੀਹੈਂਸ਼ਨ ਹੈ ਸਾਡੇ 'ਚ। ਠੀਕ ਹੈ, ਤੇ ਉਹਦੇ ਕਰਕੇ ਕੀ ਹੁੰਦਾ ਆ, ਐਂਜ਼ਾਈਟੀ ਕਰਕੇ, ਬਹੁਤ ਜ਼ਿਆਦਾ ਚਿੰਤਾ ਕਰਨ ਕਰਕੇ ਕੁਝ ਲੋਕਾਂ ਨੂੰ ਏਸੀ 'ਚ ਬੈਠੇ ਹੋਏ ਆ ਫਿਰ ਵੀ ਪਸੀਨਾ ਆ ਜਾਂਦਾ ਆ, ਟੈਨਸ਼ਨ ਚੱਲ ਰਹੀ ਹੈ ਦਿਮਾਗ ਤੇ, ਪਲਸ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਹਨਾ, ਤੇ ਇਹ ਸਭ ਕੁਝ ਕਿਹਦੇ ਕਰਕੇ ਹੁੰਦਾ ਹੈ? ਐਂਜ਼ਾਈਟੀ ਕਰਕੇ ਹੁੰਦਾ ਹੈ, ਚਿੰਤਾ ਕਰਕੇ ਹੁੰਦਾ ਹੈ। ਠੀਕ ਹੈ, ਨੈਕਸਟ ਜਿਹੜਾ ਇਮੋਸ਼ਨ ਹੈ ਦੈਟ ਇਜ਼ ਰਿਸੈਂਟਮੈਂਟ। ਠੀਕ ਹੈ, ਰਿਸੈਂਟਮੈਂਟ 'ਚ ਅਸੀਂ ਕੀ ਕਰਦੇ ਹਾਂ, ਡਿਸਪਲੇਜਰ ਹੁੰਦਾ ਹੈ ਸਾਨੂੰ, ਅਸੀਂ ਆਪਣੇ ਆਲੇ ਦੁਆਲੇ ਵਾਲੀ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦੇ, ਸਾਨੂੰ ਲੱਗਦਾ ਆ ਕਿ ਜੋ ਵੀ ਆਲੇ ਦੁਆਲੇ ਹੋ ਰਿਹਾ ਆ ਉਹ ਗਲਤ ਹੋ ਰਿਹਾ ਆ, ਕੋਈ ਵੀ ਜੋ ਮੇਰੇ ਨਾਲ ਗੱਲ ਕਰ ਰਿਹਾ ਸਾਨੂੰ ਇਹ ਫੀਲ ਹੁੰਦਾ ਆ ਕਿ ਉਹ ਮੇਰੀ ਇਨਸਲਟ ਕਰ ਰਿਹਾ ਆ, ਜਾਂ ਫਿਰ ਉਹ ਮੈਨੂੰ ਇੰਜਰਡ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਇਹ ਜਿਹੜੀ ਕਹਿ ਲਓ ਕਿ ਇਮੋਸ਼ਨ ਹੈ ਦੈਟ ਇਜ਼ ਰਿਸੈਂਟਮੈਂਟ। ਠੀਕ ਹੈ, ਨਾਰਾਜ਼ਗੀ ਹੋਣਾ, ਉਹ ਨਾਰਾਜ਼ਗੀ ਆਪਣੇ ਆਪ ਨਾਲ ਵੀ ਹੋ ਸਕਦੀ ਹੈ, ਉਹ ਜਿਹੜੀ ਨਾਰਾਜ਼ਗੀ ਹੈ ਉਹ ਲੋਕਾਂ ਨਾਲ ਵੀ ਹੋ ਸਕਦੀ ਹੈ। ਐਨਵੀ, ਠੀਕ ਹੈ, ਐਨਵੀ ਕੀ ਹੁੰਦਾ ਆ? ਪੇਨਫੁਲ ਔਰ ਰਿਸੈਂਟਫੁਲ ਇਮੋਸ਼ਨ, ਜਿਹਦੇ 'ਚ ਅਸੀਂ ਕੀ ਹੁੰਦੇ ਆ, ਅਵੇਅਰ ਹੁੰਦੇ ਆ ਆਫ ਐਨ ਐਡਵਾਂਟੇਜ ਇੰਜੋਇਡ ਬਾय ਅਨਦਰ ਜੁਆਇਨ ਵਿਦ ਅ ਡਿਜ਼ਾਇਰ ਟੂ ਪੋਸੈਸ ਦਾ ਸੇਮ ਐਡਵਾਂਟੇਜ। ਠੀਕ ਹੈ, ਲੋਕਾਂ ਨਾਲ ਈਰਖਾ ਰੱਖਣਾ, ਦੈਟ ਇਜ਼ ਐਨਵੀ। ਅਸੀਂ ਕੀ ਕਰਦੇ ਆ, ਲੋਕਾਂ ਨਾਲ ਈਰਖਾ ਰੱਖਦੇ ਆ ਕਿ ਯਾਰ ਉਹਦੇ ਕੋਲ ਇਹ ਚੀਜ਼ ਹੈ, ਮੇਰੇ ਕੋਲ ਨਹੀਂ ਹੈ, ਕਿਸੇ ਕੋਈ ਸਿਚੁਏਸ਼ਨ ਹੈ, ਉਹਨੂੰ ਉਸ ਸਿਚੁਏਸ਼ਨ ਦਾ ਫਾਇਦਾ ਮਿਲ ਰਿਹਾ, ਮੈਨੂੰ ਸਿਚੁਏਸ਼ਨ ਦਾ ਫਾਇਦਾ ਨਹੀਂ ਮਿਲ ਰਿਹਾ, ਦੈਟ ਇਮੋਸ਼ਨ ਇਜ਼ ਐਨਵੀ। ਫਰਸਟ੍ਰੇਸ਼ਨ, ਕਿ ਡੀਪ ਇਨਸਿਕਿਉਰਿਟੀ ਹੋਣਾ, ਇਸ ਚੀਜ਼ ਨੂੰ ਅਸੀਂ ਕਹਿੰਦੇ ਆ ਨਿਰਾਸ਼ਾ। ਠੀਕ ਹੈ, ਡੀਪ ਕਹਿ ਲਓ ਕਿ ਜਿਹੜੀ ਇਨਸਿਕਿਉਰਿਟੀ ਹੈ, ਡਿਸਸੈਟਿਸਫੈਕਸ਼ਨ ਹੈ, ਕਿ ਮੇਰੀਆਂ ਜਿਹੜੀਆਂ ਨੀਡਸ ਨੇ, ਮੇਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੋਲਵ ਨਹੀਂ ਹੋ ਰਹੀਆਂ, ਮੇਰੀਆਂ ਜਿਹੜੀਆਂ ਨੀਡਸ ਨੇ ਉਹ ਅਨਫੁਲਫਿਲਡ ਨੇ, ਇਸ ਚੀਜ਼ ਨੂੰ ਅਸੀਂ ਕਹਿੰਦੇ ਆ ਫਰਸਟ੍ਰੇਸ਼ਨ। ਠੀਕ ਹੈ, ਨੈਕਸਟ ਜਿਹੜੀ ਇਮੋਸ਼ਨ ਹੈ ਦੈਟ ਇਜ਼ ਸ਼ੇਮ, ਕਿ ਹਿਊਮਿਲੇਟ ਹੋਣਾ, ਡਿਸਰੈਪੂਟੇਟ ਹੋਣਾ। ਠੀਕ ਹੈ, ਉਹ ਕੀ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਆ ਸ਼ੇਮ। ਸ਼ੇਮ ਇਜ਼ ਆਲਸੋ ਸਰਟਨ ਫੀਚਰ ਆਫ ਪਨਿਸ਼ਮੈਂਟ, ਸ਼ਨਿੰਗ। ਠੀਕ ਹੈ, ਕਿ ਸ਼ੇਮ ਕੀ ਹੁੰਦੀ ਹੈ, ਕਿ ਕਦੇ ਕਦੇ ਜਦ ਪਨਿਸ਼ਮੈਂਟ ਮਿਲੀ ਹੈ ਉਹਦੇ ਤੋਂ ਵੀ ਮੈਨੂੰ ਸ਼ੇਮ ਹੁੰਦੀ ਹੈ, ਕਿ ਲੈਟਸ ਸੇ ਕੋਈ ਛੋਟਾ ਬੱਚਾ ਆ, ਉਹਨੇ ਹੋਮਵਰਕ ਨਹੀਂ ਕੀਤਾ ਸੀਗਾ, ਟੀਚਰ ਨੇ ਕਲਾਸ ਤੋਂ ਬਾਹਰ ਖੜਾ ਕਰਤਾ ਸਕੂਲ 'ਚ, ਤੇ ਉਹਨੂੰ ਕੀ ਹੋਏਗੀ, ਉਹਨੂੰ ਉਸ ਟਾਈਮ ਤੇ ਸ਼ੇਮ ਫੀਲ ਹੋਏਗੀ, ਉਹ ਸ਼ਰਮਾਏਗਾ ਕਿ ਕੋਈ ਮੈਨੂੰ ਨਾ ਦੇਖੇ, ਕਿਉਂਕਿ ਮੈਨੂੰ ਪਨਿਸ਼ਮੈਂਟ ਮਿਲੀ ਹੈ ਤੇ ਇਹ ਚੀਜ਼ ਚੰਗੀ ਨਹੀਂ ਹੈ। ਠੀਕ ਹੈ, ਕਿ ਉਹਨੂੰ ਲੱਗੇਗਾ ਕਿ ਮੇਰੀ ਜਿਹੜੀ ਰੈਪੂਟੇਸ਼ਨ ਹੈ ਉਹ ਡਿਸਰੈਪਿਊਟ ਹੋ ਜਾਏਗੀ, ਉਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਸ਼ੇਮ। ਲਵ, ਲਾਈਕ ਸਟਰੋਂਗ ਅਫੈਕਸ਼ਨ ਫਰੋਮ ਅਨਦਰ। ਠੀਕ ਹੈ, ਜਦ ਅਸੀਂ ਕਿਸੇ ਦੇ ਪ੍ਰਤੀ ਸਟਰੋਂਗ ਅਫੈਕਸ਼ਨ ਫੀਲ ਕਰਦੇ ਹਾਂ, ਉਸ ਇਮੋਸ਼ਨ ਨੂੰ ਅਸੀਂ ਕਹਿੰਦੇ ਹਾਂ ਲਵ, ਲਾਈਕ ਪਿਆਰ। ਐਪਰੀਸੀਏਸ਼ਨ,
ठीक है। एप्रीसीएशन की है कि जद सानू कोई एप्रीशिएट कर रहा है, एडमायर कर रहा है कि तुसी बहुत वधिया काम कीता है, ग्रैटिट्यूड दे रहा है, ठीक है, धन्यवाद कर रहा है, साडी कोई कदर कर रहा है, दैट इज एप्रीसीएशन। हैप्पीनेस, खुश रहना, कि ठीक ठाक रहना, वेलबींग एंड कंटेनमेंट, इस चीज को असीं कहने हैं हैप्पीनेस। फिर होप, उम्मीद होना, ठीक है, उम्मीद होना, होप इज ऑल्सो एन इमोशन कि असीं चैरिश करते हैं अपनी डिजायर्स नू विद एंटीसिपेशन कि साडे नाल इदां होएगा, ठीक है, कि आफ्टर डिप्लोमा मैं बहुत वधिया परफॉर्म कर रही हाँ, मैनू आफ्टर डिप्लोमा मैनू जॉब मिल जानी है, विद इन द 6 सेमेस्टर ओनली मेरी प्लेसमेंट हो जानी है, व्हाट दिस इज होप। एंथुजियाज्म, स्ट्रॉन्ग एक्साइटमेंट, मतलब बहुत एक्साइटेड असी किसी चीज नू करन लई, ठीक है, उस चीज नू असी कहने आ एक्साइटमेंट। वाइटलिटी, वाइटलिटी की हुंदी है कि कैपेसिटी टू लिव, ग्रो और डेवलप, कि मेरे च बहुत इच्छा आ कि मैं जीवन नाल भरी पई हाँ, कि मैं सारिਆਂ ਨੂੰ खुश रखदी हाँ, अपने आप च भी वधिया ग्रो कर रही हाँ, वधिया मेरी जिंदगी वधिया आ, मैं वधिया डेवलप हो रही हाँ विद टाइम, है ना, उस चीज नू असी कहने आ वाइटलिटी। कॉन्फिडेंस, अपने आप च कह लो फेथ होना, बिलीव होना कि असी सही कर रहे हैं, प्रॉपर काम कर रहे हैं एंड इफेक्टिव काम कर रहे हैं, ठीक है, अपने आप ते भरोसा होना, उस चीज को असी कहने हैं कॉन्फिडेंस। नेक्स्ट इज ग्रैटिट्यूड, ठीक है, ग्रैटिट्यूड मैं तुहानू जिद्दां पहले ही दस्सिया धन्नवाद होना किसी दा, थैंकफुल होना, दैट इज ग्रैटिट्यूड। ग्रीफ, ग्रीफ की हुंदा है शोक, जिहड़ा हुंदा है उहनू असी ग्रीफ कहने आ कि सौरो आ, असी किसी गल करके दुखी हाँ, कि घर च किसी दी डेथ हो गई है, किसी नाल कुछ बुरा हो गया आ, उहदे करके असी शोक दी लहर च दुखी हाँ बहुत ज्यादा। नेगेटिव होना, ठीक है, नेगेटिव की हुंदा है बीइंग पेसिमिस्टिक, कि हमेशा नेगेटिव ही सोचना, कदी अपने बारे या किसी होर बारे पॉजिटिव नहीं सोचना, जे कोई कुछ गल कर रहा है तो उहदे नाल डिसएग्रीमेंट करना या फिर रिफ्यूजल करना, दैट इज बीइंग नेगेटिव, ठीक है। पेशेंट, पेशेंट मीन्स धीरज रखना, पेशेंस रखना, ठीक है, धीरज रखना कि अच्छा एक काम मैं कीता है कि ठीक है, ये मेरा काम ठीक है, इस तरह होएगा, ठीक है, दैट इज पेशेंस। रिग्रेट, रिग्रेट मतलब हुंदा है पछतावा करना, कि फीलिंग ऑफ बिटरनेस या फिर इंडिग्नेशन, दैट इज रिग्रेट, ठीक है। नेक्स्ट रिसेंटफुल, फीलिंग ऑफ बिटरनेस। सैड, सैड मतलब उदास होना, अनहैप्पी, फीलिंग सॉरो, दैट इज सैड। ट्रस्ट, भरोसा रखना, फील करना किसी ते कि ये पर्सन जिहड़ा हैगा है रिलायबल है, ट्रुथ है, किसी दी एबिलिटी या स्ट्रेंथ ते बिलीव करना, दैट इज ट्रस्ट। वनरेबल, ठीक है, वनरेबल हुंदा है कमजोर, कि जद कोई अटैक कर रहा आ ते जे कोई मैनू हार्म करना चाहता आ ते कोई मैनू अटैक करना चाहता आ ते वो मैनू क्यों अटैक कर रहा है, क्योंकि वो मैनू समझता है कि मैं कमजोर हाँ, मैं उस अटैक नू मैं बर्दाश्त कर लूंगी या उन्नू मैं सहन कर लूंगी, दैट इज वनरेबल होना, कमजोर होना। वरिड होना मतलब चिंता, ठीक है, दोबारा यही चीज है कि असी किसी भी ट्रबल करके या किसी डिफिकल्टी करके असी चिंता च। ऑप्टिमिस्टिक होना, ऑप्टिमिस्टिक का मतलब है आशावादी होना, कि मैं जो भी काम कर रही हाँ वो सही तरीके नाल हो रहा आ ते इहदे चों मैं बेस्ट एक्सपेक्ट करा, ठीक है, दैट इज ऑप्टिमिस्टिक होना, पॉजिटिव होना। डिनायल, कि जो भी चीज़ां ने उन्हों इनकार कर देना, ठीक है, डिनाई कर देना कि ये चीज़ां सही नहीं हो रही, ये मेरे थॉट्स नहीं है, ये मेरे फीलिंग्स नहीं है, ठीक है, उन्होंने असीं कहने हैं डिनाई। ओफेंडेड, कि असी गुस्से च आ जाते हैं किसी भी डिसप्लेजर करके, सानू लगता है कि लोग मेरा अपमान कर रहे हैं, ठीक है। एप्रीशिएटिव, कि फीलिंग करना, एप्रीशिएटेड फील करना कि लोग मेरी बड़ाई कर रहे हैं, दैट इज एप्रीशिएटिव। एप्रीहेंसिव, ठीक है, एप्रीहेंसिव हुंदा है fearful about the future, कि अपने फ्यूचर बारे चिंता करना, दैट इज एप्रीहेंसिव। ashamed, ठीक है, शर्मसार होना, feeling in fear, feeling embarrassed about some situation, उस चीज को असी कहने हैं ashamed होना। astonished, ठीक है, astonished, कि किसी चीज नू लैके अमेज हो जाना, वो वाओ दिस इज सो ब्यूटीफुल, दिस इज अमेजिंग, तो ये चीज की है astonished हो जाना। सो ये सारे सीगे साडे कोल लिस्ट ऑफ इमोशंस, बहुत सारे इमोशंस ने जिन्हां नू असी नेगेटिव इमोशंस च भी यूज कर सकते हैं
ਪੋਜ਼ਿਟਿਵ ਇਮੋਸ਼ਨ 'ਚ ਵੀ ਯੂਜ਼ ਕਰ ਸਕਦੇ ਹਾਂ, ਠੀਕ ਹੈ। ਜਿਹੜੇ ਪੋਜ਼ਿਟਿਵ ਇਮੋਸ਼ਨਸ ਹੁੰਦੇ ਨੇ, ਪੋਜ਼ਿਟਿਵ ਇਮੋਸ਼ਨਸ ਲੀਡ ਅਸ ਟੂ ਫੀਲ ਗੁੱਡ ਅਬਾਊਟ ਵਨ ਸੈਲਫ, ਕਿ ਜਿਹੜੇ ਪੋਜ਼ਿਟਿਵ ਇਮੋਸ਼ਨਸ ਨੇ ਉਹਨਾਂ ਕਰਕੇ ਅਸੀਂ ਆਪਣੇ ਬਾਰੇ ਤੇ ਲੋਕਾਂ ਬਾਰੇ ਅਸੀਂ ਵਧੀਆ ਸੋਚਦੇ ਹਾਂ, ਠੀਕ ਹੈ। ਉਹਦੇ ਨਾਲ ਅਸੀਂ ਖੁਸ਼ ਫੀਲ ਕਰਦੇ ਹਾਂ, ਸੈਟਿਸਫਾਈਡ ਫੀਲ ਕਰਦੇ ਹਾਂ, ਤੇ ਸਾਨੂੰ ਇਹ ਉਮੀਦ ਹੁੰਦੀ ਹੈ ਕਿ ਜਿਹੜੇ ਰਿਜ਼ਲਟਸ ਹੋਣਗੇ ਉਹ ਵਧੀਆ ਰਿਜ਼ਲਟਸ ਹੋਣਗੇ, ਸੈਟਿਸਫਾਈਡ ਰਿਜ਼ਲਟ ਹੋਣਗੇ, ਤੇ ਉਹ ਇਮੋਸ਼ਨਸ ਨੂੰ ਅਸੀਂ ਪੋਜ਼ਿਟਿਵ ਹਿਊਮਨ ਇਮੋਸ਼ਨਸ ਕਹਿ ਦਿੰਦੇ ਹਾਂ, ਜਿੱਦਾਂ ਕਿ ਲਵ, ਹੈਪੀਨੈਸ, ਐਪਰੀਸੀਏਸ਼ਨ, ਹੋਪ, vitality, enthusiasm, confidence, peaceful, gratitude, patient, trust, vulnerable, optimistic, appreciative, astonished, ਇਹ ਸਾਰੇ ਜਿਹੜੇ emotions ਨੇ ਇਹ positive human emotions ਨੇ। ਦੂਸਰੇ ਜਿਹੜੇ ਟਾਈਪ ਦੇ ਇਮੋਸ਼ਨਸ ਨੇ ਉਹ ਨੈਗੇਟਿਵ ਹਿਊਮਨ ਇਮੋਸ਼ਨਸ ਹੋ ਸਕਦੇ ਹੈ, ਤੇ ਨੈਗੇਟਿਵ ਹਿਊਮਨ ਇਮੋਸ਼ਨਸ ਜਿਹੜੇ ਹੁੰਦੇ ਹੈ ਉਹ ਸਾਡੀ એનર્ਜੀ ਨੂੰ ਅੰਡਰਮਾਈਨ ਕਰਦੇ ਆ, ਠੀਕ ਹੈ, એનર્ਜੀ ਨੂੰ ਘਟਾਉਂਦੇ ਹੈਗੇ ਹੈ, ਤੇ ਇਹਦੇ ਕਰਕੇ ਜਿਹੜੀ ਸਾਡੀ ਡਿਜ਼ਾਇਰਸ ਨੇ, ਜਿਹੜੀ ਸਾਡੀ ਇੱਛਾ ਸ਼ਕਤੀ ਹੈ ਉਹ ਖਤਮ ਹੋ ਜਾਂਦੀ ਹੈ, ਲਾਈਕ ਫੀਅਰ ਹੋਣਾ, ਗਿਲਟ ਹੋਣਾ, ਐਂਗਰ, ਡਿਪਰੈਸ਼ਨ, ਪ੍ਰਾਈਡ, jealousy, resentment, frustration, being negative, shame, offended, sad, worried, all these are negative emotions, ठीक है। We have many emotions, we can divide those emotions into positive and negative emotions। positive emotions ਉਹ ਨੇ ਜੋ ਸਾਨੂੰ ਵਧੀਆ feel ਕਰਾ ਰਹੇ ਨੇ, ਸਾਨੂੰ happy and satisfied feel ਕਰਾ ਰਹੇ ਨੇ। negative emotions ਉਹ emotions ਨੇ ਜੋ ਸਾਡੀ energy ਨੂੰ drain ਕਰ ਦਿੰਦੇ ਹੈ, undermine ਕਰਦੇ ਹੈ, ਕਿ ਅਸੀਂ ਜੋ ਆਪਣੀਆਂ ਇੱਛਾਵਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੰਦੇ ਆ, ਤੇ ਅਸੀਂ ਕੋਈ ਵੀ ਵਧੀਆ ਕੰਮ ਨਹੀਂ ਕਰਦੇ। ਨੈਕਸਟ ਇਜ਼ ਇੰਪੋਰਟੈਂਸ ਆਫ ਇਮੋਸ਼ਨਸ, ਕਿ ਜੇ ਅਸੀਂ ਕਹਿ ਰਹੇ ਹਾਂ ਕਿ ਇਮੋਸ਼ਨਸ ਬਹੁਤ ਜ਼ਰੂਰੀ ਨੇ, ਤੇ ਇਮੋਸ਼ਨਸ ਕਿਉਂ ਜ਼ਰੂਰੀ ਨੇ? ਆਰ ਇਮੋਸ਼ਨਸ ਹੈਲਪ ਅਸ ਟੂ ਨੋ what our needs through what we feel, ਠੀਕ ਹੈ। ਇਮੋਸ਼ਨਸ ਸਾਨੂੰ ਇਹ ਸਮਝਣ 'ਚ ਮਦਦ ਕਰਦੇ ਹੈ ਕਿ ਅਸੀਂ ਕੀ ਫੀਲ ਕਰ ਰਹੇ ਹਾਂ ਤੇ ਸਾਡੀ ਬੋਡੀ ਦੀ ਨੀਡ ਕੀ ਹੈ, ਠੀਕ ਹੈ। ਜੇ ਮੈਂ ਐਂਗਰ ਫੀਲ ਕਰ ਰਹੀ ਹਾਂ ਤੇ ਮੈਂ ਐਂਗਰ ਕਿਉਂ ਫੀਲ ਕਰ ਰਹੀ ਹਾਂ, ਕੀ ਪ੍ਰੋਬਲਮ ਹੈ, ਠੀਕ ਹੈ, ਕੀ ਸਿਚੁਏਸ਼ਨ ਹੈ, ਕਿਸ ਪਰਸਨ ਤੇ ਗੁੱਸਾ ਆ ਮੈਂ, ਤਾਂ ਕਿ ਮੈਂ ਉਸ ਪ੍ਰੋਬਲਮ ਨੂੰ ਕੀ ਕਰ ਸਕਾਂ, ਸੋਲਵ ਕਰ ਸਕਾਂ ਤੇ ਆਪਣੇ ਬਿਹੇਵੀਅਰ ਨੂੰ ਚੇਂਜ ਕਰ ਸਕਾਂ, ਠੀਕ ਹੈ। ਜੇ ਅਸੀਂ ਰਿਸਪੈਕਟ ਕਰਦੇ ਹਾਂ ਕਿ ਅਸੀਂ ਖੁਸ਼ ਰਹਿਣਾ ਆ, ਤੇ ਅਸੀਂ ਇਹਦੇ ਤੇ ਵੀ ਅਟੈਂਸ਼ਨ ਦਿੰਦੇ ਹਾਂ ਕਿ ਬਾਕੀ ਲੋਕੀ ਵੀ ਖੁਸ਼ ਰਹਿਣ, ਤੇ ਜਿਹੜੀ ਸਾਡੀ ਫੀਲਿੰਗਸ ਹੋਣਗੀਆਂ ਉਹ ਕੀ ਹੋਣਗੀਆਂ, happy feelings ਹੋਣਗੀਆਂ। Emotions are designed to ensure that we are paying attention so we can respond to what is happening around us, ਠੀਕ ਹੈ। Emotions ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹੈ ਕਿ ਅਸੀਂ ਇਸ ਚੀਜ਼ ਤੇ ਧਿਆਨ ਦਈਏ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਆ, ਤੇ ਫਿਰ ਉਹ ਜਿਹੜੇ ਇਮੋਸ਼ਨਸ ਨੇ ਜਦੋਂ ਨੋਟ ਕਰਦੇ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਆ, ਫਿਰ ਉਹ ਸਾਡੀ ਬੋਡੀ 'ਚ ਫੀਲਿੰਗ ਜਨਰੇਟ ਕਰਦੇ ਹੈ, ਐਂਡ ਥਰੂ ਫੀਲਿੰਗ ਅਸੀਂ ਰਿਸਪੌਂਡ ਕਰਦੇ ਹਾਂ। ਇਮੋਸ਼ਨਸ helps to take right decision, ਜਿਹੜੇ ਇਮੋਸ਼ਨਸ ਨੇ ਉਹ ਸਾਨੂੰ ਹੈਲਪ ਕਰਦੇ ਹੈ ਰਾਈਟ ਡਿਸੀਜਨ ਲੈਣ ਤੇ, ਠੀਕ ਹੈ। ਬਿਕੋਜ਼ ਇਮੋਸ਼ਨਸ ਕੀ ਹੈ, ਇੱਕ ਬੇਸਿਕਲੀ ਡਿਜ਼ਾਇਰ ਹੈ ਜੋ ਕੀ ਕਰ ਰਹੀ ਹੈ, ਅਟੈਂਸ਼ਨ ਪੇ ਕਰ ਰਹੀ ਹੈ ਆਲੇ ਦੁਆਲੇ ਜੋ ਵੀ ਹੋ ਰਿਹਾ ਹੈ, ਠੀਕ ਹੈ। ਇਹਦੇ 'ਚ ਬੇਸਿਕਲੀ ਦੋ ਪ੍ਰਾਇਮਰੀ ਫੀਲਿੰਗਸ ਹੁੰਦੀਆਂ ਨੇ, ਕੰਫਰਟ ਐਂਡ ਡਿਸਕੰਫਰਟ ਦੀ। ਜੋ ਵੀ ਅਸੀਂ ਚੋਇਸ ਮੇਕ ਕਰ ਰਹੇ ਹਾਂ, ਜੋ ਵੀ ਅਸੀਂ ਚੋਇਸ ਲੈ ਰਹੇ ਹਾਂ, ਠੀਕ ਹੈ, ਵਿਦਨ ਦ ਲਾਈਫ, ਠੀਕ ਹੈ, ਜੋ ਵੀ ਡਿਸੀਜਨ ਲੈ ਰਹੇ ਹਾਂ ਉਹ ਬੇਸਿਕਲੀ ਡਿਪੈਂਡ ਕਰਦਾ ਆ ਕਿ ਅਸੀਂ ਉਹ ਡਿਸੀਜਨ ਕੰਫਰਟੇਬਲੀ ਲੈ ਰਹੇ ਹਾਂ ਜਾਂ ਅਸੀਂ ਅਨਕੰਫਰਟੇਬਲੀ ਉਹ ਡਿਸੀਜਨ ਲੈ ਰਹੇ ਹਾਂ, ਠੀਕ ਹੈ। ਜੇ ਸਾਡੀਆਂ ਸਾਰੀਆਂ ਨੀਡਸ ਪੂਰੀਆਂ ਹੋ ਰਹੀਆਂ ਨੇ, ਜੋ ਵੀ ਫੀਲਿੰਗਸ ਅਸੀਂ ਐਕਸਪ੍ਰੈਸ ਕਰਾਂਗੇ ਦੈਟ ਇਜ਼ ਕੰਫਰਟ ਫੀਲਿੰਗ, ਤੇ ਜੇ ਉਹਦੇ ਅਕੋਰਡਿੰਗ ਅਸੀਂ ਡਿਸੀਜਨ ਲਵਾਂਗੇ ਤੇ ਡਿਸੀਜਨ ਰਾਈਟ ਡਿਸੀਜਨ ਹੋਏਗਾ, ਠੀਕ ਹੈ। ਜੇ ਡਿਸਕੰਫਰਟ ਇਮੋਸ਼ਨ ਹੈਗੇ ਆ ਤੇ ਜਿਹੜੀ ਫੀਲਿੰਗ ਜਨਰੇਟ ਹੋ ਰਹੀਆਂ ਨੇ ਉਹ ਡਿਸਕੰਫਰਟ ਫੀਲਿੰਗਸ ਹੋਣਗੀਆਂ, ਤੇ ਉਹਦੇ ਅਕੋਰਡਿੰਗ ਵੀ ਜੋ ਡਿਸੀਜਨ ਲਵਾਂਗੇ ਉਹ ਸਹੀ ਡਿਸੀਜਨ ਹੋਏਗਾ। ਲਾਈਕ ਮੈਂ ਕਿਸੇ ਸਿਚੁਏਸ਼ਨ 'ਚ ਆ ਤੇ ਉਸ ਸਿਚੁਏਸ਼ਨ 'ਚ ਕੋਈ ਮੇਰੇ ਤੇ ਹਮਲਾ ਕਰਨਾ ਚਾਹੁੰਦਾ ਆ, ਸੋ ਵਾਟ ਆਈ ਵਿਲ ਡੂ, ਆਈਦਰ ਆਈ ਵਿਲ ਫਾਈਟ with that person, ਠੀਕ ਹੈ, ਕਿ ਆਪਣੇ ਆਪ ਨੂੰ ਬਚਾਉਣ ਲਈ ਮੈਂ ਉਸ ਪਰਸਨ ਦੇ ਨਾਲ ਫਾਈਟ ਕਰੂੰਗੀ, ਠੀਕ ਹੈ। ਤੇ ਉਹਦੇ ਨਾਲ ਕੀ ਹੋਏਗਾ, ਮੈਂ ਆਪਣੇ ਆਪ ਨੂੰ ਕੀ ਕਰ ਰਹੀ ਹਾਂ, ਜੋ ਫੀਅਰ ਹੈ, ਜੋ ਡਰ ਹੈ ਕਿ ਦੂਸਰਾ ਬੰਦਾ ਮੈਨੂੰ ਮਾਰਨਾ ਚਾਹੁੰਦਾ ਆ, ਉਹਦੇ ਨਾਲ ਕਹਿ ਲਓ ਕਿ ਜੋ ਮੇਰੀ ਫੀਲਿੰਗ ਜਨਰੇਟ ਹੋਈ ਹੈ ਉਹਦੇ ਨਾਲ ਮੈਂ ਆਪਣੇ ਆਪ ਦਾ ਬਚਾਅ ਕਰੂੰਗੀ ਕਿ ਜੇ ਉਹ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਮੈਂ ਕੀ ਕਰਨਾ ਹੈ, ਮੈਂ ਆਪ ਦਾ ਬਚਾਅ ਕਰਨਾ ਹੈ। ਇਮੋਸ਼ਨ ਹੈਲਪ ਅਸ ਟੂ ਸਰਵਾਈਵ, ਥ੍ਰਾਈਵ ਐਂਡ ਅਵੋਇਡ ਡੇਂਜਰ।
ਇਮੋਸ਼ਨ ਅਲੋ ਅਸ ਟੂ ਅੰਡਰਸਟੈਂਡ, ਠੀਕ ਹੈ। ਇਮੋਸ਼ਨਸ ਦੀ ਹੈਲਪ ਦੇ ਨਾਲ ਅਸੀਂ ਕੀ ਕਰਦੇ ਹਾਂ, ਆਪਣੇ ਆਪ ਨੂੰ ਅੰਡਰਸਟੈਂਡ ਕਰਦੇ ਹਾਂ, ਸਾਡੇ ਆਲੇ ਦੁਆਲੇ ਜਿਹੜੇ ਲੋਕੀ ਨੇ ਉਹਨਾਂ ਨੂੰ ਅੰਡਰਸਟੈਂਡ ਕਰਦੇ ਹਾਂ। ਇਮੋਸ਼ਨ ਸਾਨੂੰ ਇਹ ਜੱਜ ਕਰਨ ਦੀ ਹੈਲਪ ਕਰਦਾ ਆ ਕਿ ਜਿਹੜੇ ਲੋਕੀ ਸਾਡੇ ਆਲੇ ਦੁਆਲੇ ਨੇ ਦੋਜ਼ ਆਰ ਹੈਪੀ, ਕਿ ਜਿਹੜਾ ਸਾਡਾ ਰਿਲੇਸ਼ਨ ਹੈਗਾ ਆ ਕਿਸੇ ਹੋਰ ਦੇ ਨਾਲ ਉਹ ਵਧੀਆ ਚੱਲ ਰਿਹਾ ਆ, ਮੈਂ ਕੋਈ ਗਲਤ ਕੰਮ ਤਾਂ ਨਹੀਂ ਕੀਤਾ, ਕਿ ਮੇਰੇ ਜਿਹੜੇ ਰਿਲੇਸ਼ਨਸ ਨੇ ਉਹ ਵਧੀਆ ਰਿਲੇਸ਼ਨਸ ਨੇ, ਉਹ ਲੋਕੀ ਮੈਨੂੰ ਸੁਣਦੇ ਹੈ ਕਿ ਨਹੀਂ ਸੁਣਦੇ, ਠੀਕ ਹੈ। ਇਹ ਸਾਰਾ ਕੁਝ ਅਸੀਂ ਅੰਡਰਸਟੈਂਡ ਕਰਦੇ ਹਾਂ ਵਿਦ ਦ ਹੈਲਪ ਆਫ ਇਮੋਸ਼ਨਸ। when we manage our emotions we have healthy life, better relationship and a peace of mind, ਠੀਕ ਹੈ। ਜੇ ਅਸੀਂ ਆਪਣੇ ਇਮੋਸ਼ਨਸ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਾਂਗੇ ਤੇ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਵਧੀਆ ਰਹੇਗੀ, ਠੀਕ ਹੈ, ਹੈਲਦੀ ਲਾਈਫ ਹੋਏਗੀ, ਬੈਟਰ ਰਿਲੇਸ਼ਨਸ ਹੋਣਗੇ ਤੇ ਜਿਹੜਾ ਸਾਡਾ ਦਿਮਾਗ ਦੀ ਸ਼ਾਂਤੀ ਹੈ, ਪੀਸ ਆਫ ਮਾਈਂਡ ਹੈ, ਉਹ ਵੀ ਵਧੀਆ ਰਹੇਗਾ। ਕਿਉਂਕਿ ਇਮੋਸ਼ਨਸ ਦੇ ਨਾਲ ਅਸੀਂ ਕੀ ਫੀਲ ਕਰਦੇ ਹਾਂ, ਜੇ ਅਸੀਂ ਆਪਣੇ ਇਮੋਸ਼ਨਸ ਨੂੰ ਵਧੀਆ ਅੰਡਰਸਟੈਂਡ ਕਰੀਏ ਤੇ ਅਸੀਂ ਮੋਰ ਕੌਨਫੀਡੈਂਟ ਫੀਲ ਕਰਦੇ ਹਾਂ, ਸੈਲਫ ਕੰਟਰੋਲ ਹੁੰਦੇ ਆ, ਠੀਕ ਹੈ, ਆਪਣੇ ਕੰਟਰੋਲ 'ਚ ਹੁੰਦਾ ਹੈ, ਸਾਡਾ ਮਾਈਂਡ ਸਾਡੇ ਕੰਟਰੋਲ 'ਚ ਹੁੰਦਾ ਆ, ਜੋ ਵੀ ਅਸੀਂ ਡਿਸੀਜਨ ਲੈਣਾ ਹੈ ਅਸੀਂ ਸੋਚ ਸਮਝ ਕੇ ਉਹ ਡਿਸੀਜਨ ਲੈਂਦੇ ਹਾਂ, ਠੀਕ ਹੈ। ਜਿਹੜੀ ਸਾਡੀ ਬੋਡੀ ਹੈ ਸਾਡੇ ਨਾਲ ਕੋਆਪਰੇਟ ਕਰਦੀ ਹੈ ਤੇ ਉਹ ਬੋਡੀ ਕੀ ਰਹਿੰਦੀ ਹੈ, ਸਾਡੀ ਬੋਡੀ ਹੈਲਦੀ ਰਹਿੰਦੀ ਹੈ, ਠੀਕ ਹੈ। ਜੇ ਅਸੀਂ ਆਪਣੇ ਇਮੋਸ਼ਨਸ ਨੂੰ ਚੰਗੀ ਤਰ੍ਹਾਂ ਸਮਝਾਂਗੇ ਸਾਡੀ ਲਾਈਫ ਹੈਲਦੀ ਰਹੇਗੀ, ਸਾਡੇ ਰਿਲੇਸ਼ਨਸ ਬੈਟਰ ਹੋਣਗੇ ਤੇ ਸਾਡਾ ਪੀਸ ਆਫ ਮਾਈਂਡ ਵਧੀਆ ਰਹੇਗਾ, ਠੀਕ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਇਮੋਸ਼ਨਲ ਇੰਟੈਲੀਜੈਂਸ ਸਾਡੀ ਬਣੀ ਰਹੇ, ਜਿਹੜੇ ਲੋਕਾਂ ਦੀ ਇਮੋਸ਼ਨਲ ਇੰਟੈਲੀਜੈਂਸ ਜ਼ਿਆਦਾ ਹੁੰਦੀ ਹੈ, ਇਮੋਸ਼ਨਲ ਇੰਟੈਲੀਜੈਂਸ ਕਹਿਣ ਦਾ ਮਤਲਬ ਹੈ ਕਿ ਦੇ ਆਰ ਏਬਲ ਟੂ ਅੰਡਰਸਟੈਂਡ ਦੇਅਰ ਇਮੋਸ਼ਨਸ, ਠੀਕ ਹੈ, ਉਹਨਾਂ ਦੀ ਲਾਈਫ ਬਹੁਤ ਵਧੀਆ ਹੁੰਦੀ ਹੈ ਬਿਕੋਜ਼ ਉਹ ਰਿਸਪੌਂਸਿਬਿਲਟੀ ਲੈਂਦੇ ਆ, ਠੀਕ ਹੈ। ਉਹ ਕਹਿੰਦੇ ਆ ਜੇ ਉਹਨਾਂ ਨੂੰ ਗੁੱਸਾ ਆਉਂਦਾ ਨਾ ਉਹ ਕਹਿੰਦੇ ਆ ਆਈ ਫੀਲ ਐਂਗਰੀ, ਮੈਨੂੰ ਗੁੱਸਾ ਆਇਆ ਆ, irrespective of the fact ਕਿ ਉਹ ਇਹ ਨਹੀਂ ਕਹਿੰਦੇ ਕਿ you make me angry, ਤੂੰ ਮੈਨੂੰ ਗੁੱਸਾ ਕੀਤਾ ਆ, ਉਹ ਇਹ ਕਹਿੰਦੇ I feel angry, ਮੈਨੂੰ ਕਿਸੇ ਗੱਲ ਤੋਂ ਗੁੱਸਾ ਆਇਆ ਆ, ਠੀਕ ਹੈ। ਉਹ ਕੀ ਕਰਦੇ ਆ, ਆਪਣੇ ਇਮੋਸ਼ਨਸ ਨੂੰ ਕਲੈਰੀਫਾਈ ਕਰਦੇ ਆ ਐਂਡ ਡਿਪੈਂਡਿੰਗ ਅਪੋਨ ਦੋਜ਼ ਇਮੋਸ਼ਨਸ ਉਹ ਕੀ ਕਰਦੇ ਆ, ਆਪਣੇ ਡਿਸੀਜਨਸ ਲੈਂਦੇ ਆ ਜੋ ਡਿਸੀਜਨਸ ਬਿਹਤਰ ਹੁੰਦੇ ਆ, ਠੀਕ ਹੈ। ਉਹ ਆਪਣੀ ਫੀਲਿੰਗਸ ਨੂੰ ਲੇਬਲ ਕਰਦੇ ਆ ਕਿ I feel impatient, ਠੀਕ ਹੈ, ਮੈਂ ਇਸ ਟਾਈਮ ਤੇ ਸਹੀ ਫੀਲ ਨਹੀਂ ਕਰ ਰਹੀ, irrespective of the fact ਕਿ this is ridiculous, ਠੀਕ ਹੈ। ਜਿਹੜੇ ਲੋਕੀ ਆਪਣੇ ਇਮੋਸ਼ਨਸ ਨੂੰ ਅੰਡਰਸਟੈਂਡ ਕਰਦੇ ਹੈ ਉਹ ਆਪਣੇ ਇਮੋਸ਼ਨਸ ਦੀ ਵੀ ਰਿਸਪੈਕਟ ਕਰਦੇ ਹੈ ਤੇ ਬਾਕੀ ਲੋਕਾਂ ਦੇ ਇਮੋਸ਼ਨਸ ਦੀ ਵੀ ਰਿਸਪੈਕਟ ਕਰਦੇ ਹੈ ਤੇ ਮੈਨੇਜ देयर ਨੈਗੇਟਿਵ ਇਮੋਸ਼ਨ, ਠੀਕ ਹੈ। ਕਿ ਨੈਗੇਟਿਵ ਇਮੋਸ਼ਨ ਹੋਣਾ ਜਾਂ ਨੈਗੇਟਿਵ ਇਮੋਸ਼ਨ ਸਾਡੀ ਬੋਡੀ 'ਚ ਆਉਣਾ ਇਸ ਪਾਰਟ ਆਫ ਲਾਈਫ, ਠੀਕ ਹੈ। ਤੇ ਪਰ ਜਿਹੜੇ ਲੋਕੀ ਇਮੋਸ਼ਨਲੀ ਇੰਟੈਲੀਜੈਂਟ ਹੁੰਦੇ ਆ ਜਾਂ ਇਮੋਸ਼ਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੈ ਉਹ ਆਪਣੇ ਨੈਗੇਟਿਵ ਇਮੋਸ਼ਨਸ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਦੇ ਹੈ ਕਿ ਉਹਨਾਂ ਦੇ ਨੈਗੇਟਿਵ ਇਮੋਸ਼ਨਸ ਉਹਨਾਂ ਦਾ ਹਾਰਮ ਨਾ ਕਰਨ ਜਾਂ ਫਿਰ ਉਹਨਾਂ ਦੇ ਨੈਗੇਟਿਵ ਇਮੋਸ਼ਨਸ ਕਿਸੇ ਹੋਰ ਦਾ ਹਾਰਮ ਨਾ ਕਰਨ। So we have to manage our emotions to have a healthy life, better relationship and a better peace of mind. Next is techniques for managing emotions, कि ਕਿਹੜੀ techniques ਨੂੰ use ਕਰਕੇ ਅਸੀਂ ਆਪਣੇ emotions ਨੂੰ manage ਕਰ ਸਕਦੇ ਹਾਂ ਜਾਂ emotion management ਕਰ ਸਕਦੇ ਹਾਂ। First is by using humor, ਠੀਕ ਹੈ, ਮਜ਼ਾਕ ਦੀ ਵਰਤੋਂ ਅਸੀਂ ਕਰ ਸਕਦੇ ਹਾਂ ਕਿਉਂਕਿ ਜਿਹੜਾ ਹਿਊਮਰ ਹੈ ਨਾ ਉਹ ਬੈਸਟ ਮੈਡੀਸਨ ਹੈ ਬੋਡੀ ਲਈ, ਠੀਕ ਹੈ। ਜਦ ਅਸੀਂ ਕਹਿ ਲਓ ਮਜ਼ਾਕ ਦੀ ਹੈਲਪ ਲੈਂਦੇ ਹਾਂ, ਹਿਊਮਰ ਦੀ ਹੈਲਪ ਲੈਂਦੇ ਹਾਂ, ਜਿਹੜੇ ਨੈਗੇਟਿਵ ਇਮੋਸ਼ਨਸ ਨੇ ਉਹ ਸਾਡੀ ਬੋਡੀ ਤੇ ਅਫੈਕਟ ਨਹੀਂ ਕਰਦੇ ਹੈਗੇ, ਠੀਕ ਹੈ। ਬਿਕੋਜ਼ ਸਾਇੰਟੀਫਿਕ ਫਿਨੋਮੀਨਾ ਆ ਕਿ ਜਦ ਅਸੀਂ ਬਹੁਤ ਜ਼ਿਆਦਾ ਹੱਸਦੇ ਹਾਂ ਨਾ, ਜਦ ਲਾਫਟਰ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਬਹੁਤ ਜ਼ਿਆਦਾ ਹੱਸਦੇ ਹਾਂ, ਹਿਊਮਰ ਬੇਸਿਕਲੀ ਕੀ ਹੈ, ਬਾਈ ਪ੍ਰੋਡਕਟ ਹੈ ਲਾਫਟਰ ਦਾ, ਠੀਕ ਹੈ। ਤੇ ਜਦ ਅਸੀਂ ਬਹੁਤ ਜ਼ਿਆਦਾ ਹੱਸਦੇ ਹਾਂ ਸਾਡੀ ਬੋਡੀ ਇੱਕ ਸਬਸਟੈਂਸ ਪ੍ਰੋਟੀਨ ਸਬਸਟੈਂਸ ਰਿਲੀਜ਼ ਕਰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਂਡੋਰਫਿਨਸ। ਐਂਡੋਰਫਿਨਸ ਜਿਹੜੇ ਹੁੰਦੇ ਹੈ ਉਹ ਕੀ ਕਰਦੇ ਆ, ਸਾਡੀ ਬ੍ਰੇਨ ਨੂੰ ਇਨਕਰੀਜ਼ ਕਰਦੇ ਹੈ ਤਾਂ ਕਿ ਸਾਡੀ ਬੋਡੀ 'ਚ ਪੇਨ ਨਾ ਹੋਵੇ, ਜਿਹੜੇ ਸਾਡੇ ਫਿਜ਼ੀਕਲ ਜਾਂ ਇਮੋਸ਼ਨਸ ਨੇ ਉਹ ਡਿਕਰੀਜ਼ ਹੋ ਜਾਣ। ਜਿਹੜਾ ਪੇਨ ਹੈ ਸਾਡੀ ਬੋਡੀ 'ਚ ਫਿਜ਼ੀਕਲ ਪੇਨ ਹੈ ਜਾਂ ਇਮੋਸ਼ਨਲ ਪੇਨ ਹੈ, ਲਾਈਕ ਅਸੀਂ ਸੈਡ ਫੀਲ ਕਰ ਰਹੇ ਹਾਂ, ਐਂਗਰ ਫੀਲ ਕਰ ਰਹੇ ਹੈਗੇ ਆ, ਠੀਕ ਹੈ, ਉਹ ਸਾਰਾ ਕੁਝ ਕੀ ਹੋ ਜਾਂਦਾ, ਡਿਕਰੀਜ਼ ਹੋ ਜਾਂਦਾ ਆ ਬਿਕੋਜ਼ ਆਫ ਐਂਡੋਰਫਿਨ, ਠੀਕ ਹੈ। ਤੇ ਲਾਫਟਰ ਜਿਹੜੀ ਹੈਗੀ ਹੈ, ਲਾਫਟਰ ਥੈਰੇਪੀ ਇਜ਼ ਕੰਸੀਡਰਡ ਐਜ਼ ਦ ਬੈਸਟ ਥੈਰੇਪੀ ਟੂ ਕਿਲ ਦ ਪੇਨ, ਠੀਕ ਹੈ। ਇਹ ਕਿਸ ਤਰ੍ਹਾਂ ਐਕਟ ਕਰਦੀ ਹੈ, ਇੱਕ ਤਰ੍ਹਾਂ ਦੀ
पेन किलर की तरह एक्ट करती है। इसलिए जिहड़ी कह लो कि लाफ्टर है, लाफ्टर के बहुत ज़्यादा फायदे ने कि इट सर्व एज अ डिस्ट्रैक्शन, कि जिहड़े लोकां च नैगेटिव कह लो थॉट्स बहुत ज़्यादा हुंदे आ उन्हां लई एक डिस्ट्रैक्शन की तरह काम कर रही है, कि जिहड़ी वो डिस्ट्रैक्ट मूवमेंट हुंदी है, डिस्ट्रेसफुल मूवमेंट हुंदी है, स्ट्रेसफुल मूवमेंट हुंदी है, स्ट्रेसफुल मूवमेंट तो लाफ्टर लोकां नू डिस्ट्रेसफुल मूवमेंट च लै जांदी है। जिद्दां द कपिल शर्मा शो, ठीक है, कपिल शर्मा शो जिहड़ा हैगा आ काफ़ी लोकी मैंशन करते हैं, वो ह्यूमर बेस्ड शो है, ठीक है, ह्यूमर बेस्ड एपीसोड्स हुंदे आ उहदे, बहुत हासा मजाक उहदे च हुंदा आ ते काफ़ी लोकी ये क्लेम करते हैं कि असी डिप्रैशन के मरीज सीगे ते जद असी कपिल शर्मा शो देखना शुरू किया ते असी बहुत ज़्यादा खुश रहना शुरू करता ते साडे जिहड़ा डिप्रैशन सीगा वो दूर हो गया। सो दैट्स व्हाई आई एम टेलिंग यू दैट लाफ्टर and humor is the technique to manage your emotions. Redirect your emotional energy, कि जद भी तुसी इंटेंस इमोशनल हुंदे हो, जद बहुत ज़्यादा एनर्जी तुहाडे अंदर आ जाती है, उस एनर्जी नू तुसी कोई कम करन च लगाओ, ठीक है, कि अपने जड़ा कह लो कि जो भी तनाव है उस तनाव नू कह लो एज अ एनर्जी यूज करो, अपनी मसल्स नू टेंस करो, ठीक है, बॉडी मूवमेंट करो ते उहदे नाल की होएगा, जिहड़ी तुहाडी सर्कुलेशन है या रेस्पिरेटरी सिस्टम है वो फास्ट कम करन लग जांदा है, ठीक है, कि जद तुहाडी नेगेटिव इमोशनल एनर्जी नेगेटिव हुंदी है ना, कि दिल बहुत तेज तेज धड़कन लग जांदा है, वो दिल जिहड़ा हैगा आ तेज तेज क्यों धड़कदा आ, बिकॉज जिहड़ी साडी एनर्जी हुंदी है बॉडी चो बहुत ज़्यादा एनर्जी हो जाती है, जिहदे करके सर्कुलेटरी सिस्टम या रेस्पिरेटरी सिस्टम ज़्यादा तेज कम करन लग जाता है, ठीक है, जिहड़ा तुहाडा माइंड है वो क्विकर पेस ते कम करदा है ते ऑटोमैटिक थॉट्स जनरेट करता है, ठीक है। इत्थे सानू की करना चाहिदा आ, इत्थे सानू ये ध्यान देना चाहिदा आ कि जद भी असी कोई बहुत ज़्यादा काम कर रहे हैं जिहदे करके साडे कोल कह लो कि नैगेटिव इमोशंस जनरेट हो रहे हैं, सानू उस काम तो ब्रेक लैनी चाहिदी है, ठीक है, थोड़ा टाइम शांति नाल बैठना चाहिदा आ, ताकि जो भी कह लो कि डिप्रैशन वालियां गल्लां ने या जो कह लो डिप्रैस्ड इमोशंस ने वो साडे दिमाग तो चले जान। दूसरी चीज़ असी की कर सकते हैं कि जे असी कोई काम नहीं कर रहे तो उस टाइम तो साडे दिमाग च बहुत नैगेटिव थॉट्स आ रहे ने, फिर सानू करना चाहिदा आ, सानू अपने आप नू काम च इन्वॉल्व करना चाहिदा आ, कि जे असी काम च इन्वॉल्व होवांगे जो भी नैगेटिव थॉट्स ने वो साडे माइंड चों चले जाएंगे, ठीक है, कि असी अपने माइंड नू डिस्ट्रैक्ट कर रहे हैं कि वो नैगेटिव गल्लां ना सोचे। रीडायरेक्ट योर इमोशनल एनर्जी। नेक्स्ट इज टेक टाइम आउट, ठीक है, की करना आ, अपने समय जो समा कढ़ना आ अपने आप नू काम डाउन करन लई, ठीक है, कि जे तुहाडे कोल कोई नैगेटिव फीलिंग आ रही है तो असीं की कर सकते हैं, रिलैक्सेशन टेक्निक्स नू यूज कर सकते हैं ते वो रिलैक्सेशन टेक्निक्स नू यूज करके अपनी बॉडी नू अपने माइंड नू असीं काम डाउन कर सकते हैं, ताकि असीं उस सिचुएशन तो बाहर आ सकीए। या फिर असीं की कर सकते हैं, छोटी जी ब्रेक लै सकते हैं ताकि असीं अपने इमोशन रिस्पॉन्सेस नू स्लो डाउन करिए, ठीक है, जे मेरा बॉस मैनू गुस्सा कर रहा आ तो जरूरी नहीं है कि मैं भी अगों गुस्से नाल बोलना, ठीक है, मैं की कर सकती हाँ 2 मिनट की ब्रेक लै सकती हाँ, ब्रीथ कर सकती हाँ, हाई ब्रीथ कर सकती हाँ, ठीक है, आराम नाल डीप ब्रीथ कर सकती हाँ, ते डीप ब्रीथ दे नाल की होएगा, जिहड़ा मेरा गुस्सा आ वो शांत हो जाएगा ते जो भी मैं अपने बॉस नू जो भी अपनी गल समझाना चाहनी हाँ वो गल मैं उन्होंने प्यार नाल समझा सकती हाँ, ठीक है। इहदे नाल की हुंदा आ, जे असी अपने समय चो समा कढ के अपनी बॉडी ते ध्यान दईए, अपने इमोशंस ते ध्यान दईए ते इहदे नाल जिहड़ी साडी डिग्निटी है वो प्रिजर्व रहिंदी है, ठीक है, जद कि जे असी किसी नाल लड़ पैंदे आ ते साडी जिहड़ी डिग्निटी है वो लूज हो जाती है। इसे लई असी की करना है, अपनी डिग्निटी नू मेनटेन करना आ, ताकि असी हेल्दी हैप्पी एंड ह्यूमरस रियलिटी च रह सकीए, ठीक है। इहदे लई असी की कर सकते हैं, अपने इमोशंस नू रिकगनाइज करिए, एक्सेप्ट करिए कि ये मेरे इमोशंस ने, दैन असी रिलीज करिए अपनी एनर्जी नू, अंडरस्टैंड करिए कि ये जेह्ड़े इमोशंस मेरी बॉडी च जनरेट होए आ ये क्यों जनरेट होए ने, जे नैगेटिव इमोशंस जनरेट होए है उन्हां नू अंडरस्टैंड करन दी कोशिश करिए ते पॉजिटिव इमोशंस नू जनरेट करन दी कोशिश करिए ते असी
बार बार ये चीज़ असी रिपीट करिए जे ज़्यादा नैगेटिव इमोशन साडी लाइफ च जनरेट हो रहे। आइडेंटिफाई हाउ यू फील, ठीक है, ये आइडेंटिफाई करना बहुत जरूरी है कि तुसी किस तरह फील कर रहे हो, ठीक है। असी परखना आ कि मेरी बॉडी किस तरह फील कर रही है। ਇਹਦੇ ਲਈ मैं की कर सकती हाँ, सिट क्वाइटली फॉर अ मोमेंट, ठीक है, कुछ समय ਲਈ मैं शांति नाल बैठ के सोचा कि मैं किस तरह फील करदी हाँ विद योर आईज क्लोज, ठीक है। ਅਸੀਂ की कर सकते हाँ कि सवेरे जब मैं सब तो पहला उठदी हाँ, उठदे सारी अपने कम्मां च नहीं इन्वॉल्व हो जाना। सब तो पहला जब तुसी उठदे हो, उठ के बैठो 5 मिनट अपनी आईज क्लोज करके ये सोचो कि तुसी की फील कर रहे हो। टॉक टू योर सेल्फ, ठीक है, 5 मिनट 10 मिनट जिन्ना टाइम तुसी कर सकते हो, ठीक है, फॉर शॉर्ट ड्यूरेशन अपने आप नू पूछो कि व्हाट इज इनसाइड यू, what you are noticing inside you, तुसी की फील करते हो, ठीक है। फोकस करो टेंशन एरिया ते कि जे तुहाडी बॉडी च कोई टेंशन है या तुहाडे दिमाग च कोई टेंशन है, उन्हां ते फोकस करो। प्रॉपरली ब्रीथ करो, देखो कि की चीज़ चल रही है तुहाडे माइंड च, ठीक है। फिर अपनी थॉट्स नू कंट्रोल करन दी कोशिश करो, अपनी फीलिंग्स नू कंट्रोल करन दी कोशिश करो ते ओदे नाल जिहड़े तुहाडे इमोशंस ने वो अपने आप हौली हौली मैनेज होना शुरू हो जाएंगे। जब असी कह लो कि रेगुलरली असी आइडेंटिफाई करांगे कि मैं किस तरह फील करती हाँ। रोज असी मॉर्निंग सवेरे उठ के 5-10 मिनट ते रात नू सोन तो पहला अपने लिए टाइम स्पेंड करना है, किसी होर लिए टाइम नहीं स्पेंड करना, अपने लिए टाइम स्पेंड करना है कि असी की फील कर रहे हैं। जे बहुत ज़्यादा नैगेटिव इमोशंस ने ते वो नैगेटिव इमोशंस नू कंट्रोल करने की कोशिश करनी है। असी अवेयर होना आ कि हाउ यू आर फीलिंग, हाउ वी आर फीलिंग, ठीक है। एंड असी ये भी अवेयर होना आ कि जे मैं इस तरह फील कर रही हाँ ते इहदे नाल की हो सकता है। एक्सप्रेस और रिलीज योर फीलिंग्स, ठीक है। देखो ये बहुत जरूरी है कि असी जो भी फील करते हैं ना उन्होंने असी एक्सप्रेस जरूर करिए, ठीक है। अपने इमोशंस नू, अपनी फीलिंग्स नू अपने दिल च दबा के नहीं रखना, ठीक है। जेड़े लिए भी असी कुछ एक्सप्रेस फील करते हैं उस परसन को असी एक्सप्रेस करिए, ठीक है। जे किसी करके मैनू गुस्सा आया आ ते मैं उन्होंने दसा जरूर कि तू इदा कीता सीगा तां मैनू तेरी गल करके गुस्सा आया आ, ठीक है। कि ਇਹਦੇ ਨਾਲ ਕੀ ਹੋਏਗਾ जब ਅਸੀਂ एक्सप्रेस करते हैं ना फिर ਅਸੀਂ ਕਿਹਦੇ ਤੇ फोकस करते हैं, अपनी फीलिंग ਤੇ फोकस करते हैं, ठीक है। अपने घर च जो भी ਤੁਹਾਨੂੰ लगता है कि ट्रस्टवर्दी पर्सन है या ਤੁਹਾਡਾ कोई ट्रस्टवर्दी फ्रेंड है ਉਹਨੂੰ ਤੁਸੀਂ ਕੀ कर सकते हो, ਉਹਨੂੰ अपनी फीलिंग्स एक्सप्रेस कर सकते हो या रिलीज कर सकते हो, ठीक है। ਇਹਦੇ ਨਾਲ ਕੀ ਹੋਏਗਾ कि जब ਤੁਸੀਂ गलबात कर रहे हो ਤੇ गलबात ਕਰਨ ਨਾਲ दूसरा पर्सन ਤੁਹਾਨੂੰ कोई ना कोई सलाह दे सकता है या फिर तुसी की कर सकते हो अपनी फीलिंग्स नू एक्सप्रेस करन ली, रिलीज करन ली अपने माउथ नू खोल के साउंड जनरेट करो ते ओदे नाल भी जिहड़े इमोशंस हुंदे ने वो एक्सप्रेस हो जाते हैं। कुछ लोग की डांसिंग करते हैं, ठीक है, स्टॉम्प करते हैं। स्टॉम्प मीनस अपने पैरों नू जोर जोर नाल थल्ले मारना, जिदा तुरदे आ ना असी आराम नाल नहीं तुरना, जोर जो एको जगह खड़े होके अपने पैरों नू जोर जोर नाल मारना है, दैट इज स्टॉम्पिंग, ठीक है। किक करना, हिट करना किसी चीज़ नू आराम नाल, ये चीज़ां की ने एक्सप्रैसिंग योर फीलिंग, ठीक है। जे तुहाडा रोन दा जी कर रहा है किसी सिचुएशन नू लैके ते रो लो, ठीक है। इफ यू फील लाइक क्राइंग गिव योरसेल्फ परमिशन टू क्राई कि हाँ मैं रो सकदा या मैं रो सकदी हाँ, ठीक है। तुसी जोर दी आवाज़ा कढ़ना चाहते हो आवाज़ कढ़ लो, मतलब जी तुहाडे माइंड च टेंशन हैगी है या कोई फीलिंग बैड फीलिंग है या नैगेटिव इमोशंस ने उन्हां नू तुसी की करो एक्सप्रैस करो ताकि तुहाडी बॉडी उस चीज़ नू की कर दे रिलीज कर दे, अपने अंदर उस चीज़ नू दबा के ना रखे। क्योंकि जे तुसी अपने इमोशंस नू दबा के रखते हो ते ਉਹ ਕੀ ਕਰਦੇ ਆ ਤੁਹਾਡੇ ਬੋਡੀ 'ਚ ਨੈਗੇਟਿਵ ਇੰਪੈਕਟ पैदा करते हैं, ठीक है, जिहदे करके कोई ना कोई बीमारी या फिर डिजीज भी हो सकती है, ठीक है। टेल समवन सपोर्टिव हाउ यू आर फीलिंग, ठीक है। जो भी पर्सन तुहानू सपोर्ट करता है उस पर्सन नू तुसी दसो कि तुसी किस तरह फील कर रहे हो। सो दिस इज अबाउट इमोशंस। आज दी क्लास च असीं ये डिस्कस किया कि व्हाट आर इमोशंस, कि इमोशंस की हुंदे ने, इमोशंस दे कंपोनेंट्स किहड़े-किहड़े ने, बहुत सारे इमोशंस ने, असी कुछ इमोशंस बारे डिस्कस किया, नैगेटिव इमोशंस की होंदे आ, पॉजिटिव इमोशंस की होंदे आ वो डिस्कस किया,
what are the importance of emotions and ਅਸੀਂ ਆਪਣੇ ਇਮੋਸ਼ਨਸ ਨੂੰ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹਾਂ ਤਾकि ਅਸੀਂ ਹੈਪੀ ਲਾਈਫ ਅਸੀਂ ਬਤੀਤ ਕਰੀਏ ਹੈਪੀ ਹੈਲਦੀ ਐਂਡ ਹਾਰਮੋਨਸ ਲਾਈਫ ਅਸੀਂ ਬਤੀਤ ਕਰੀਏ ਇਹ ਬਹੁਤ ਜ਼ਰੂਰੀ ਹੈ ਥੈਂਕ ਯੂ ਸੋ ਮਚ